ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਸੋਮਵਾਰ ਦੀ ਤਰ੍ਹਾਂ ਅੱਜ ਦਾ ਸਾਡਾ ਸੈਸ਼ਨ ਵੀ ਸਵਾਲ ਜਵਾਬ ਨਾਲ ਸੰਬੰਧਿਤ ਹੈ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਉੱਤਰ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਤਾਂ ਮੈਂ ਬੇਨਤੀ ਕਰ ਰਿਹਾ ਹਾਂ ਵੀ ਰਾਜਾ ਸਿੰਘ ਜੀ ਨੂੰ ਕਿ ਅੱਜ ਦਾ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨ। ਵੀ ਰਾਜਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕਿਉਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਸਵਾਗਤ ਹੈ ਜੀ। ਤੋ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ, ਸਾਨੂੰ ਸਭ ਨੂੰ ਪਤਾ ਵੀ ਅੱਜ ਮੰਡੇ ਹੈ, ਸੋਮਵਾਰ ਹੈ, ਤੋ ਸਵਾਲ ਜਵਾਬ ਦਾ ਸੈਸ਼ਨ। ਤੋ ਉਹਦੇ ਲਈ ਜਿਤਨੀ ਹੋ ਸਕੀ ਤਿਆਰੀ ਕਰਕੇ ਪੈਨਲ ਆਪ ਜੀ ਦੀ ਸੇਵਾ 'ਚ ਹਾਜ਼ਰ। ਇਸ ਤੋਂ ਪਹਿਲੇ ਸ਼ੁਰੂ ਕਰੀਏ, ਸਾਰੇ ਪੈਨਲ ਮੈਂਬਰ ਸੰਗਤ ਨੂੰ ਫਤਿਹ ਬੁਲਾਉਣਗੇ ਜੀ ਔਰ ਆਪ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਸਰ ਕਿੱਕਰ ਸਿੰਘ ਜੀ। ਸਰ ਕਿੱਕਰ ਸਿੰਘ ਜੀ ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ। ਸਾ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾ ਮਨਮੋਹਨ ਸਿੰਘ ਜੀ ਅਨਮਿਊਟ ਕਰ ਲਓ ਜੀ। ਮਨਮੋਹਨ ਸਿੰਘ ਜੀ। ਚਲੋ ਮੈਂ ਬੇਨਤੀ ਕਰਦਾ ਸਰ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਜਗੀਰ ਸਿੰਘ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਜੀ ਫਤਿਹ। ਸਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਮੈਂਬਰ ਵੀ ਜੁੜ ਜਾਣਗੇ ਜੀ। ਤੇ ਆਪਾਂ ਕਿਉਂਕਿ ਸਮਾਂ ਆਲਰੇਡੀ 5-7-8 ਮਿੰਟ ਉੱਪਰ ਹੋ ਗਿਆ, ਤੇ ਆਓ ਆਪਾਂ ਸਾਧ ਸੰਗਤ ਜੀ ਸ਼ੁਰੂ ਕਰੀਏ। ਤੋ ਜਿਸ ਤਰ੍ਹਾਂ ਬੇਨਤੀ ਕੀਤੀ, ਆਪ ਜੀ ਨੇ ਭੇਜੇ ਸਵਾਲ। ਤੇਜਿੰਦਰ ਸਿੰਘ ਜੀ ਦਾ ਨਾਮ ਰਹਿ ਗਿਆ ਹੈ ਜੀ। ਤੇਜਿੰਦਰ ਸਿੰਘ ਜੀ ਸਾਹਮਣੇ। ਹਾਂਜੀ ਸਰ ਤੇਜਿੰਦਰ ਸਿੰਘ ਜੀ। ਹਾਂਜੀ ਹਾਂਜੀ ਸਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਿਮਾ ਕਰਨਾ ਜੀ, ਤੁਹਾਡਾ ਨਾਮ ਦਿਸ ਨਹੀਂ ਸੀ ਰਿਹਾ। ਪਹਿਲੇ ਦਰਸ਼ਨ ਤੇ ਹੋਏ ਨੇ, ਹੁਣ ਆਇਆ ਉੱਪਰ। ਮਿਹਰਬਾਨੀ ਜੀ, ਸ਼ੁਕਰੀਆ ਜੀ। ਸਾਹ ਹਰਜੀਤ ਸਿੰਘ ਜੀ ਨੇ ਵੀ ਸੰਗਤ ਨੂੰ ਫਤਿਹ ਸਾਂਝੀ ਕੀਤੀ ਹੈ। ਤੋ ਸੰਗਤ ਜੀ, ਆਪ ਜੀ ਨੇ ਜੋ ਸਵਾਲ ਭੇਜੇ ਹਨ, ਪੈਨਲ ਮੈਂਬਰਸ ਨੇ ਜਿਤਨੀ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਰਲ ਮਿਲ ਕੇ ਉਹਨਾਂ ਦੇ ਉੱਤਰ ਲੱਭ ਕੇ ਆਪਾਂ ਹਾਜ਼ਰ ਹਾਂ ਜੀ। ਤੋ ਸ਼ੁਰੂ 'ਚ ਵੀ ਕਹਿੰਦੇ ਹਾਂ, ਰੋਜ਼ ਹਮੇਸ਼ਾ ਕਹੀਦਾ ਕਿ ਇਹ ਜਿਹੜੇ ਉੱਤਰ ਨੇ, ਇਹ ਜਿਤਨਾ ਐਫਰਟਸ ਹੋ ਸਕੀਆਂ ਕਰਕੇ, ਪਰ ਕੋਈ ਵੀ ਚੀਜ਼ ਫਾਈਨਲ ਤਾਂ ਨਹੀਂ ਕਹੀ ਜਾ ਸਕਦੀ। ਇਹਦੇ 'ਚ ਹਮੇਸ਼ਾ ਜਿਹੜੀ ਹੈ ਉਹਦੇ 'ਚ ਅਮੈਂਡਮੈਂਟਸ, ਸੁਝਾਅ ਜਿਹੜਾ ਹੈ ਉਹ ਜ਼ਰੂਰ ਆਉਣੇ ਚਾਹੀਦੇ ਨੇ। ਉਹਦਾ ਕਾਰਨ ਇਹ ਹੈ ਕਿ ਚੱਲਦਾ ਪਾਣੀ ਜਿਹੜਾ ਉਹ ਠੀਕ ਹੁੰਦਾ ਹੈ। ਤੋ ਜਦ ਅਸੀਂ ਕਹਾਂਗੇ ਸਭ ਕੁਝ ਸਮਝ ਆ ਗਈ, ਫਿਰ ਸਾਡੀ ਆਪਣੀ ਗਰੋਥ ਹੀ ਰੁਕ ਜਾਏਗੀ। ਤੋ ਆਓ ਸਤ ਸੰਗਿਓ, ਗੁਰਬਾਣੀ ਤਾਂ ਵੈਸੇ ਹੀ ਬਹੁਤ ਡੂੰਘਾ ਸਮੁੰਦਰ ਹੈ, ਇਹਦੀ ਥਾਂ ਕਿਸੇ ਨੇ ਪਾ ਨਹੀਂ ਸਕੀ। ਹਾਂ, ਇੰਨਾ ਜ਼ਰੂਰ ਹੈ ਕਿ ਜਿੰਨੀ ਜ਼ਿਆਦਾ ਇਹਦੀ ਰਿਸਰਚ ਕਰਾਂਗੇ, ਇਹਦੇ ਨਾਲ ਜੁੜਾਂਗੇ, ਡੂੰਘੇ ਜਾਵਾਂਗੇ, ਤਾਂ ਜਿਵੇਂ ਸਮੁੰਦਰ ਦੇ ਜਿੰਨੇ ਕਹਿੰਦੇ ਨੇ ਡੂੰਘੇ ਬੈਡਸ ਨੇ, ਉੱਥੇ ਜ਼ਿਆਦਾ ਵਧੀਆ ਹੀਰੇ ਮੋਤੀ ਲੱਭਦੇ ਨੇ। ਤੋ ਇਸੇ ਤਰ੍ਹਾਂ ਜਿਤਨਾ ਵੀ ਕੋਈ ਮਨੁੱਖ ਸੰਸਾਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਪਣਾਏਗਾ ਔਰ ਉਹਨੂੰ ਸਮਝਣ ਦਾ ਯਤਨ ਕਰੇਗਾ, ਉਹਨੂੰ ਉਨੇ ਹੀ ਉਹਦੇ 'ਚੋਂ ਹੀਰੇ ਮੋਤੀ ਪ੍ਰਾਪਤ ਹੋਣਗੇ, ਜਿਹੜੇ ਸਾਨੂੰ ਇਸ ਮਨੁੱਖਾ ਜਨਮ ਵਿੱਚ, ਇਹਨੂੰ ਮਨੁੱਖਾ ਜਨਮ ਨੂੰ ਸਫਲਾ ਕਰਨ ਬੜੇ ਸਹਾਇਕ ਨੇ। ਤਾਂ ਆਓ ਸਤ ਸੰਗਿਓ, ਆਓ ਆਪਾਂ ਪਹਿਲਾ ਜਿਹੜਾ ਸਵਾਲ ਹੈ ਉਹ ਮੈਂ ਸ਼ੁਰੂ ਕਰਦਾ ਵੀਰ ਤੇਜਿੰਦਰ ਸਿੰਘ ਜੀ ਤੋਂ। ਤੋ ਸਵਾਲ ਹੈਗਾ ਕਿ ਇਹ ਸੰਗਤ ਵਿੱਚੋਂ ਸਵਾਲ ਆਇਆ ਸੀ ਗਰੁੱਪ ਚੈਟ ਵਿੱਚ ਕਿ ਗ੍ਰੰਥੀ ਸਿੰਘਾਂ ਨੂੰ ਆਮ ਤੌਰ ਤੇ ਬੜੀ ਘੱਟ ਤਨਖਾਹ ਦਿੱਤੀ ਜਾਂਦੀ ਹੈ, ਜਿਸ ਕਰਕੇ ਉਹ ਆਪਣੇ ਬੱਚਿਆਂ ਨੂੰ ਚੰਗੀ ਸਕੂਲੀ ਵਿੱਦਿਆ ਵੀ ਨਹੀਂ ਦੇ ਸਕਦੇ।
तो ਇਹ ਇੱਕ ਸਵਾਲ ਇਹੋ ਜਿਹਾ ਹੈ ਜਿਹਦੇ ਕਈ ਪੱਖ ਨੇ ਸੋਚਣ ਵਾਲੇ। ਤੋ ਇਹਨੂੰ ਤੇ ਜੇ ਆਪਾਂ ਪੂਰਾ ਇਹਦਾ ਇੱਕ ਪੀਰੀਅਡ ਬਣਾ ਦਈਏ ਤੇ ਤਾਂ ਵੀ ਥੋੜਾ ਹੈ, ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਡਿਸਕਸ ਕਰਨ ਵਾਲੀਆਂ। ਪਰੰਤੂ ਕਿਉਂਕਿ ਸਵਾਲ ਆਇਆ ਤੇ ਅਸੀਂ ਵੀਰ ਤੇਜਿੰਦਰ ਸਿੰਘ ਨੂੰ ਬੇਨਤੀ ਕੀਤੀ ਵੀ ਸਾਨੂੰ ਸੰਖੇਪ ਲਫ਼ਜ਼ਾਂ ਵਿੱਚ ਇਹਦਾ ਉੱਤਰ ਦਿਓ, ਕਿਉਂਕਿ ਸਵਾਲਕਰਤਾ ਦੇ ਮਨ 'ਚ ਇਹ ਹੈ ਵੀ ਗ੍ਰੰਥੀ ਸਿੰਘ ਜਿਹੜੇ ਸਾਡੀ ਅਗਵਾਈ ਕਰਦੇ ਨੇ, ਸਪਿਰਿਚੁਅਲ ਆਤਮਿਕ ਤੌਰ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਨੇ, ਉਹਨਾਂ ਦੇ ਬੱਚਿਆਂ ਦਾ ਸਟੈਂਡਰਡ ਜਿਹੜਾ ਆਮ ਨਾਲੋਂ ਅੱਛਾ ਹੋਣਾ ਚਾਹੀਦਾ, ਪਰ ਹੈ ਉਹਦੇ ਬਿਲਕੁਲ ਉਲਟ। ਹਾਂਜੀ ਤੇਜਿੰਦਰ ਸਿੰਘ ਜੀ, ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬੜਾ ਹੀ ਇੰਪੋਰਟੈਂਟ ਇੱਕ ਸਵਾਲ ਜਿਹੜਾ ਹੈ ਉਹ ਪੁੱਛਿਆ ਹੈ, ਤੇ ਇਸ ਸਵਾਲ ਦੀ ਬੈਕਗ੍ਰਾਉਂਡ ਵੀ ਜਾਣ ਵਾਸਤੇ ਸਾਨੂੰ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਜਿਹੜੇ ਗ੍ਰੰਥੀ ਸਿੰਘ ਹਨ ਜਾਂ ਜਿਹੜੇ ਕੀਰਤਨੀ ਆ, ਜਿਹੜੇ ਹੋਰ ਉੱਤੇ ਕੰਮ ਕਰਦੇ ਹਨ, ਉਹਨਾਂ ਦੇ ਬਾਰੇ ਸਾਨੂੰ ਥੋੜਾ ਪਿਛੋਕੜ ਜਾਣਨ ਦੀ ਲੋੜ ਹੈ। ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਗੁਰਦੁਆਰਾ ਸਾਹਿਬ ਜੋ ਉਹ ਹੈ ਕੀ। ਗੁਰਬਾਣੀ ਵੀ ਸ੍ਰੀ ਆਨੰਦ ਸਾਹਿਬ ਵਿੱਚ ਵੀ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ, ਗੁਰਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦਵਾਰ ਦਿਖਾਏ ਸੀ। ਸਤਿਗੁਰ ਫਰਮਾਇਆ ਕਾਰੀ ਇਹ ਕਰਿਓ, ਗੁਰਦੁਆਰੇ ਹੋਏ ਕੇ ਸਾਹਿਬ ਸੰਭਾਲੇ। ਕਿ ਆਪਣੇ ਗੁਰੂ ਦੀ ਅਕਾਲ ਪੁਰਖ ਦੀ ਉਸਤਤੀ ਕਰਨ ਵਾਸਤੇ, ਸਾਧ ਸੰਗਤ ਵਿੱਚ ਜੁੜਨ ਵਾਸਤੇ ਗੁਰਦੁਆਰਾ ਸਾਹਿਬ ਜਿਹੜੇ ਹਨ ਬਣਾਏ ਗਏ। ਤਾਂ ਗੁਰਦੁਆਰੇ ਸਾਹਿਬ ਦੇ ਵਿੱਚ ਸਭ ਤੋਂ ਜਿਹੜੀ ਮਹੱਤਵਪੂਰਨ ਚੀਜ਼ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੰਸਟਾਲੇਸ਼ਨ ਹੈ, ਔਰ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਹੀ ਗੁਰਦੁਆਰਾ ਸਾਹਿਬ ਦੇ ਸਾਰੇ ਜਿਹੜੇ ਪ੍ਰੋਗਰਾਮ ਹਨ ਉਹ ਚੱਲਦੇ ਹਨ। ਔਰ ਉਹਨਾਂ ਦੇ ਮੁੱਖ ਵਕਤਾ ਜਿਹੜੇ ਹਨ, ਗੁਰੂ ਗ੍ਰੰਥ ਸਾਹਿਬ ਦੇ ਵਾਕ ਲੈਣਾ ਮਹਾਰਾਜ ਦਾ, ਉਸ ਦੀ ਕਥਾ ਕਰਨੀ, ਔਰ ਹੋਰ ਜਿਹੜੇ ਰਹਿਤ ਮਰਦਾ ਅਨੁਸਾਰ ਜਿਹੜੀ ਡਾਇਰੈਕਸ਼ਨ ਦੇਣੀ। ਤਾਂ ਇਹ ਸਾਰਾ ਕੰਮ ਜਿਹੜਾ ਹੈ ਗੁਰੂ ਸਾਹਿਬ ਦੇ ਗ੍ਰੰਥੀ ਸਾਹਿਬ ਦਾ, ਗੁਰਦੁਆਰਾ ਸਾਹਿਬ ਦੇ, ਜਿਹਨੂੰ ਅਸੀਂ ਪਿਆਰ ਨਾਲ ਗੁਰੂ ਸਾਹਿਬ ਦੇ ਵਜ਼ੀਰ ਵੀ ਕਹਿੰਦੇ। ਤੇ ਅੱਜ ਦਾ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਅਸੀਂ ਉਹਨਾਂ ਨੂੰ ਕਿਵੇਂ ਯੋਗ ਜਿਹੜੀ ਹੈ ਉਹ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ, ਇਸ ਕਰਕੇ ਉਹ ਆਪਣੇ ਬੱਚੇ ਨਹੀਂ ਪੜ੍ਹਾ ਸਕਦੇ। ਇਹ ਗੱਲ ਠੀਕ ਹੈ ਵੀ ਇਹ ਵੀ ਕਈ ਵੀ ਡਿਸਕਸ਼ਨ ਵਿੱਚ ਇਹ ਵੀ ਗੱਲਾਂ ਆਉਂਦੀਆਂ ਨੇ ਕਿ ਉਹ ਇੰਨੇ ਕੈਪੇਬਲ ਨਹੀਂ ਹੁੰਦੇ ਜਿਹੜੇ ਗ੍ਰੰਥੀ ਹਨ ਗੁਰਦੁਆਰਾ ਸਾਹਿਬ ਦੇ, ਤੇ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਸੈਲਰੀ ਨਹੀਂ ਮਿਲਦੀ। ਉਹ ਇਹ ਗੱਲ ਹੈ ਕਿ ਜਿਹੜੇ ਕਮੇਟੀਆਂ ਨੇ ਜਿਹੜੇ ਇਸ ਗੁਰਦੁਆਰਾ ਸਾਹਿਬ ਨੂੰ ਮੈਨੇਜ ਕਰ ਰਹੀਆਂ, ਸਭ ਤੋਂ ਪਹਿਲਾਂ ਤੇ ਇਹ ਜ਼ਿੰਮੇਵਾਰੀ ਹੈ ਕਿ ਗੁਰਦੁਆਰਾ ਸਾਹਿਬ ਦੀ ਜੋ ਕਮੇਟੀ ਹੈ ਉਹ ਯੋਗ ਜਿਹੜੇ ਹਨ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਾਹਿਬ ਔਰ ਜਿਹੜੇ ਉਪ ਗ੍ਰੰਥੀ ਹਨ ਜਾਂ ਜਿਹੜੇ ਕੀਰਤਨ ਕਰਨ ਵਾਲੇ ਹਨ, ਸੇਵਾਦਾਰ ਵਗੈਰਾ, ਉਹ ਐਸੇ ਲਿਆਣ ਕਿ ਜਿਹੜੇ ਯੋਗ ਹੋਣ, ਜਿਨ੍ਹਾਂ ਨੂੰ ਗੁਰਬਾਣੀ ਦੀ ਸੰਥਿਆ ਹੋਵੇ, ਗੁਰਬਾਣੀ ਦੇ ਜਿਹੜੇ ਉਹਨਾਂ ਨੇ ਮਿਸ਼ਨਰੀ ਕੋਰਸ ਕੀਤੇ ਹੋਣ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਗੁਰਮਤ ਹੈ ਉਸ ਨੂੰ ਅਸੀਂ ਆਪ ਸਮਝਣਾ ਹੈ ਤੇ ਦੂਸਰਾ ਸੰਗਤ ਨੂੰ ਅਸੀਂ ਕਿਵੇਂ ਸਮਝਾਣਾ। ਤੋ ਇਹ ਅੱਜ ਕੱਲ੍ਹ ਬੜੀ ਇਹ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਕੁਝ ਮਿਸ਼ਨਰੀ ਕਾਲਜ ਹਨ, ਜਿਵੇਂ ਸਿੱਖ ਮਿਸ਼ਨਰੀ ਕਾਲਜ ਹੈ, ਗੁਰਮਤ ਗਿਆਨ ਮਿਸ਼ਨਰੀ ਕਾਲਜ ਹੈ, ਔਰ ਸਾਹਿਬਜ਼ਾਦਾ ਜੁਝਾਰ ਸਿੰਘ ਗੁਰੂ ਮਿਸ਼ਨਰੀ ਕਾਲਜ ਚੌਂਤਾ ਦੇ ਵਿੱਚ ਹੈ, ਔਰ ਹੋਰ ਵੀ ਕਈ ਐਸੀਆਂ ਸੰਸਥਾਵਾਂ ਹਨ ਜਿਹੜੀ ਗੁਰਬਾਣੀ ਦੀ ਔਰ ਗੁਰਮਤ ਦੀ ਜਿਹੜੀ ਹਨ ਸੰਸਥਾ ਕਰਾਉਂਦੀਆਂ। ਤੋ ਜਿਸ ਵੇਲੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਦੀ ਚੋਣ ਕਰਦੇ ਹਾਂ ਤਾਂ ਸਾਨੂੰ ਸਾਰੇ ਇਹ ਪੱਖ ਜਿਹੜੇ ਹਨ ਇਹਨਾਂ ਨੂੰ ਵਿਚਾਰ ਲੈਣਾ ਚਾਹੀਦਾ ਹੈ ਕਿ ਜਿਹੜਾ ਗ੍ਰੰਥੀ ਸਿੰਘ ਅਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਉਹਨੂੰ ਅਪਾਇੰਟ ਕਰ ਰਹੇ ਹਾਂ, ਗੁਰਮਤ ਦੀ ਜ਼ਿੰਮੇਵਾਰੀ ਉਹਨਾਂ ਨੂੰ ਦੇ ਰਹੇ ਹਾਂ, ਉਹਨਾਂ ਦੀ ਕੈਪੇਬਿਲਿਟੀ ਵੀ ਹੈ ਜਾਂ ਨਹੀਂ। ਤਾਂ ਇਸ ਕਰਕੇ ਜੇਕਰ ਉਹ ਕੈਪੇਬਲ ਹਨ ਜਿੰਨੇ, ਤੇ ਉਸ ਹਿਸਾਬ ਨਾਲ ਉਹਨਾਂ ਦੀ ਤਨਖਾਹ ਇੰਨੀ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਸੰਗਤ ਦੇ ਵੱਲੋਂ ਜਿਹੜੀ ਮਾਇਆ ਜਾਂ ਭੇਟਾ ਆਉਣੀ ਆ ਉਹਦੇ ਤੇ ਡਿਪੈਂਡ ਨਾ ਕਰਨਾ ਪਵੇ, ਤੇ ਉਹਨਾਂ ਦੀ ਆਪਣੀ ਸੈਲਰੀ ਸਫੀਸ਼ੀਐਂਟ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਘਰ ਦਾ ਬੜੇ ਆਦਰ ਸਤਿਕਾਰਪੂਰਵਕ ਢੰਗ ਦੇ ਨਾਲ ਉਹ ਗੁਜ਼ਾਰਾ ਕਰ ਸਕਣ, ਔਰ ਆਪਣੇ ਬੱਚਿਆਂ ਨੂੰ ਵੀ ਚੰਗੀ ਜਿਹੜੀ ਹੈ ਉਹ ਵਿਦਿਆ ਦੇ ਸਕਣ। ਕਿਉਂਕਿ ਗੁਰਦੁਆਰੇ ਸਾਹਿਬ ਜਿਹੜੇ ਹਨ ਉਹ ਸਿੱਖੀ ਦੇ ਸੋਮੇ ਹਨ, ਤੇ ਜੇ ਇਸ ਸੋਮੇ ਦੇ ਵਿੱਚੋਂ ਜਿਹੜਾ ਗੁਰਮਤ ਦਾ ਪ੍ਰਵਾਹ ਹੈ ਉਹ ਬੰਦ ਹੋ ਜਾਏਗਾ ਜਾਂ ਇਨਕੈਪੇਬਲ ਢੰਗ ਦੇ ਨਾਲ ਉਹ ਗੁਰਬਾਣੀ ਦੇ ਜਿਹੜੇ ਅਸੂਲ ਦੱਸੇ ਜਾਣਗੇ, ਤੇ ਫਿਰ ਉਹ ਗੁਰਦੁਆਰਾ ਸਾਹਿਬ ਦਾ ਜਿਹੜਾ ਹੈ ਉਹ ਬਣਾਉਣਾ ਜਾਂ ਉਸ ਨੂੰ ਅੱਗੇ ਚਲਾਉਣਾ ਜਿਹੜਾ ਹੈ ਉਹ ਲਾਹੇਵੰਦ ਨਹੀਂ ਹੋਏਗਾ, ਕਿਉਂਕਿ ਸੰਗਤਾਂ ਗੁਰੂ ਨਾਲ ਜਾਂ ਗੁਰਮਤ ਦੇ ਨਾਲ ਨਹੀਂ ਜੁੜ ਸਕਣਗੀਆਂ। ਤਾਂ ਮੇਰਾ ਇਹੀ ਕਹਿਣਾ ਹੈ ਕਿ ਗੁਰਦੁਆਰਾ ਕਮੇਟੀਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਸੁਚੱਜੇ ਜਿਹੜੇ ਹੈ ਢੰਗ ਦੇ ਨਾਲ ਗ੍ਰੰਥੀਆਂ ਦੀ ਚੋਣ ਕਰਨ। ਸਾਡੇ ਇੱਥੇ ਚੰਡੀਗੜ੍ਹ ਦੇ ਅੰਦਰ ਮੁਹਾਲੀ ਦੇ ਵਿੱਚ ਵੀ ਇੱਕ ਐਸੀ ਸੰਸਥਾ ਜਿਹੜੀ ਹੈ ਉਹ ਚੱਲ ਰਹੀ ਹੈ ਕਿ ਜਿਹੜੀ ਕਿ ਮਿਸ਼ਨਰੀਆਂ ਨੂੰ ਵੀ ਅੱਗੋਂ ਟ੍ਰੇਨ ਕਰਦੀ ਹੈ,
ਔਰ ਉਹਨਾਂ ਦੀ ਪਲੇਸਮੈਂਟ ਵਾਸਤੇ ਉਹ ਕਈ ਸਾਲਾਂ ਤੋਂ ਪਿਛਲੇ ਜਿਹੜੀ ਆ ਇਹ ਸੇਵਾ ਕਰ ਰਹੀਆਂ ਹਨ। ਤੋ ਗੁਰਦੁਆਰਾ ਕਮੇਟੀਆਂ ਨੂੰ ਬੇਨਤੀ ਹੈ ਕਿ ਉਹ ਇਹਨਾਂ ਅਦਾਰਿਆਂ ਵਿੱਚੋਂ ਟ੍ਰੇਨਡ ਜਿਹੜੇ ਮਿਸ਼ਨਰੀ ਹਨ ਉਹਨਾਂ ਨੂੰ ਹੀ ਆਪਣੇ ਗੁਰਦੁਆਰਿਆਂ ਵਿੱਚ ਰੱਖਣ ਤੇ ਉਹਨਾਂ ਨੂੰ ਅੱਛੀ ਸੈਲਰੀ ਦੇਣ। ਇਹ ਨਾ ਹੋਵੇ ਕਿ ਗੁਰਦੁਆਰੇ ਦੀ ਗ੍ਰੰਥੀ ਦੀ ਜਿਹੜੀ ਸੈਲਰੀ ਹੈ ਉਹ ਸਰਕਾਰੀ ਦਫ਼ਤਰ ਦੇ ਚਪੜਾਸੀ ਨਾਲੋਂ ਵੀ ਘੱਟ ਹੋਵੇ ਤੇ ਉਹਨੂੰ ਇੱਧਰ ਉੱਧਰ ਝਾਕਣਾ ਪਵੇ ਕਿ ਮੈਨੂੰ ਸੰਗਤ ਦੇ ਵਿੱਚੋਂ ਕੋਈ ਚੀਜ਼ ਮਿਲੇ ਤੇ ਮੈਂ ਆਪਣੇ ਘਰ ਦਾ ਗੁਜ਼ਾਰਾ ਕਰ ਸਕਾਂ। ਤਾਂ ਮੇਰੀ ਇਹੀ ਬੇਨਤੀ ਹੈ ਕਿ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਨੂੰ ਜਿਹੜੀ ਹੈ ਉਹਨਾਂ ਦੀ ਯੋਗਤਾ ਦੇ ਅਨੁਸਾਰ ਉਹਨਾਂ ਨੂੰ ਸੈਲਰੀ ਮਿਲਣੀ ਚਾਹੀਦੀ ਹੈ ਔਰ ਇਸ ਦੀ ਪੂਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਗੁਰਦੁਆਰਾ ਕਮੇਟੀ ਦੀ ਹੈ। ਆਸ ਹੈ ਆਪ ਜੀ ਨੇ ਜੋ ਸਵਾਲ ਪੁੱਛਿਆ ਹੈ ਆਪ ਜੀ ਨੂੰ ਉਸ ਦਾ ਜਵਾਬ ਮਿਲ ਗਿਆ ਹੋਵੇਗਾ। ਹੋਰ ਵੀ ਇਸ ਵਿਸ਼ੇ ਦੇ ਉੱਪਰ ਕੋਈ ਆਪਣੇ ਵਿਚਾਰ ਦੇਣਾ ਤਾਂ ਉਹ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਬੜੇ ਅੱਛੇ 2-3 ਪੁਆਇੰਟ ਜਿਹੜੇ ਨੇ ਉਹ ਟੱਚ ਕੀਤੇ ਨੇ, ਜਿਵੇਂ ਕਿ ਮਿਸ਼ਨਰੀ ਕਾਲਜਸ ਤੋਂ ਟ੍ਰੇਨਡ ਹੋਏ। ਔਰ ਤੁਸੀਂ ਦੇਖਦੇ ਆ ਸਾਧ ਸੰਗਤ ਜੀ ਕਿ ਜਿਨ੍ਹਾਂ ਕਾਲਜਾਂ ਦਾ ਵੀਰ ਜੀ ਨੇ ਨਾਂ ਲਿਆ ਉਹਨਾਂ ਦੇ ਟ੍ਰੇਨਡ ਹੋਏ ਜਿਹੜੇ ਮਿਸ਼ਨਰੀਜ਼ ਨੇ ਉਹ ਕਥਾਕਾਰ ਜਾਂ ਗ੍ਰੰਥੀ ਸਿੰਘ ਨੇ ਜਾਂ ਈਵਨ ਜਿਹੜੇ ਕੀਰਤਨ ਕਰਨ ਵਾਲੇ ਨੇ, ਉਹਨਾਂ ਨੂੰ ਅਸੀਂ ਦੇਖਿਆ ਕਿ ਉਹ ਜਿੱਥੇ ਜਿੱਥੇ ਸੇਵਾ ਨਿਭਾ ਰਹੇ ਨੇ ਉਹ ਪੰਜਾਬ ਦੇ ਹੁਣ ਜਿਹੜੇ ਮੇਨ ਸ਼ਹਿਰ ਨੇ ਉਹਨਾਂ 'ਚ ਤਕਰੀਬਨ ਬਹੁਤਿਆਂ ਗੁਰਦੁਆਰਿਆਂ ਵਿੱਚ ਜਿੱਥੇ ਸੰਗਤ ਚੰਗੀ ਆਉਂਦੀ ਹੈ ਉੱਥੇ ਉਹਨਾਂ ਦੇ ਟ੍ਰੇਨ ਜਿਹੜੇ ਨੇ ਇਹਨਾਂ ਕਾਲਜਾਂ ਦੇ ਹੀ ਲੱਗਦੇ ਨੇ। ਮੈਂ ਕਾਫੀ ਮੇਰਾ ਜ਼ਾਤੀ ਤਜਰਬਾ ਹੈ ਔਰ ਉੱਥੇ ਬਿਲਕੁਲ ਉਹਨਾਂ ਦਾ ਇੰਪੈਕਟ ਵੀ ਹੈ, ਕਿਉਂਕਿ ਜਿਹਨੇ 3 ਸਾਲ ਉੱਥੇ ਕੋਰਸ ਚਲਾਏ ਨੇ ਤੇ ਉਹ ਨਹੀਂ ਤੇ ਹੁਣ ਤੱਕ ਕੀ ਹੈ ਕਿ ਜਿਹੜਾ ਮਰਜ਼ੀ ਮਤਲਬ ਵੀ ਜਿਹਨੇ ਦੇਖਿਆ ਮੈਂ ਪਾਠ ਕਰ ਲੈਣਾ ਜਾਂ ਜਿਹਨੇ ਦੇਖਿਆ ਮੈਨੂੰ 5-10 ਸ਼ਬਦਾਂ ਦੀ ਕੀਰਤਨ ਕਰਨਾ ਆਉਂਦਾ ਉਹ ਕੀਰਤਨੀ ਸਿੰਘ ਜਾਂ ਗ੍ਰੰਥੀ ਸਿੰਘ ਬਣ ਜਾਂਦਾ। ਇਹ ਨਹੀਂ ਹੋਣਾ ਚਾਹੀਦਾ, ਕੁਆਲੀਫਾਈਡ ਹੋਣੇ ਚਾਹੀਦੇ ਨੇ ਜਿਵੇਂ ਵੀਰ ਜੀ ਨੇ ਕਿਹਾ। ਇਸੇ ਤਰ੍ਹਾਂ ਬਹੁਤ ਸਾਰੇ ਹੋਰ ਪੁਆਇੰਟ ਜਿਹੜੇ ਨੇ ਉਹ ਵੀ ਸਾਨੂੰ ਆਪਣੇ ਨਜ਼ਰ 'ਚ ਰੱਖਣੇ ਚਾਹੀਦੇ ਨੇ। ਵੀਰ ਜੀ ਨੇ ਬੜਾ ਅੱਛਾ ਦੱਸਿਆ, ਜੇ ਐਸਾ ਹੋਏਗਾ ਤਾਂ ਰਿਜ਼ਲਟ ਓਰੀਐਂਟਡ ਮਤਲਬ ਹਰੇਕ ਗੁਰਦੁਆਰਾ ਕਮੇਟੀ ਜਿਹੜੀ ਹੈ ਉਹ ਆਪਣੇ ਮਨ 'ਚ ਰੱਖੇ ਕਿ ਅਸੀਂ ਜਿਹੜੇ ਵੀ ਪ੍ਰਚਾਰਕ ਚਾਹੇ ਉਹ ਕਥਾਕਾਰ ਨੇ ਚਾਹੇ ਗ੍ਰੰਥੀ ਸਿੰਘ ਨੇ ਜਾਂ ਈਵਨ ਰਾਗੀ ਸਿੰਘ ਨੇ ਉਹਨਾਂ ਦੀ ਜਿਹੜੇ ਪਰਫਾਰਮੈਂਸ ਹੈ ਉਹ ਰਿਜ਼ਲਟ ਓਰੀਐਂਟਡ ਹੋਣੀ ਚਾਹੀਦੀ ਹੈ। ਇੱਕ ਫਾਰਮੈਲਿਟੀ ਨਹੀਂ ਹੈ ਵੀ ਸਵੇਰੇ ਆਸਾ ਕਈ ਵਾਰ ਦਾ ਕੀਰਤਨ ਹੋ ਗਿਆ ਸ਼ਾਮ ਨੂੰ ਰਹਿਰਾਸ ਹੋ ਗਈ, ਨਹੀਂ। ਦੇਖਣਾ ਤੇ ਇਹ ਚਾਹੀਦਾ ਹੈ ਕਿ ਆਇਆ ਉਸ ਇਲਾਕੇ ਵਿੱਚ ਉਹਨਾਂ ਦਾ ਕੀ ਇੰਪੈਕਟ ਪੈ ਰਿਹਾ, ਆਇਆ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜੋ ਉਪਦੇਸ਼ ਨੇ ਉਹਨਾਂ ਦਾ ਅਸਰ ਸੰਗਤ ਤੇ ਪੈ ਰਿਹਾ ਕਿ ਨਹੀਂ ਪੈ ਰਿਹਾ। ਕਿਉਂਕਿ ਇਹ ਇੱਕ ਪ੍ਰਚਾਰਕ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਜਿਵੇਂ ਦਵਾਈਆਂ ਤਾਂ ਬੜੀਆਂ ਹੁੰਦੀਆਂ ਨੇ ਪਰੰਤੂ ਡਾਕਟਰ ਤੇ ਡਿਪੈਂਡ ਕਰਦਾ, ਜਿੰਨਾ ਡਾਕਟਰ ਕੋਈ ਅੱਛਾ ਇੰਟੈਲੀਜੈਂਟ ਕੁਆਲੀਫਾਈਡ ਹੋਏਗਾ ਉਸ ਦੀ ਦਵਾਈ ਉਹਨੂੰ ਉਸ ਹਿਸਾਬ ਜ਼ਿਆਦਾ ਅਸਰ ਕਰੇਗੀ। ਇਸੇ ਤਰ੍ਹਾਂ ਗੁਰਬਾਣੀ ਜਿਹੜੀ ਹੈ ਇਹਨੂੰ ਸਮਝਾਉਣ ਵਾਲਾ ਜਿਹੜਾ ਭਾਵ ਪ੍ਰਚਾਰਕ ਜਿਹੜਾ ਉਹ ਆਪ ਬਿਲਕੁਲ ਅੱਛਾ ਮਤਲਬ ਕੁਆਲੀਫਾਈਡ ਔਰ ਉਹਨੂੰ ਆਪ ਅੰਡਰਸਟੈਂਡਿੰਗ ਗੁਰਬਾਣੀ ਦੀ ਔਰ ਰਹਿਤ ਮਰਿਆਦਾ ਦੀ ਔਰ ਸਿੱਖ ਹਿਸਟਰੀ ਦੀ ਹੋਣੀ ਚਾਹੀਦੀ। ਦੂਸਰੀ ਗੱਲ ਮੈਂ ਬੇਨਤੀ ਕਰਾਂ ਕਿ ਸਮੇਂ ਦਾ ਹਾਣੀ ਹੋਣਾ ਬੜਾ ਜ਼ਰੂਰੀ ਹੈ, ਕਿਉਂਕਿ ਹੁਣ ਐਜੂਕੇਸ਼ਨ ਬਹੁਤ ਵੱਧ ਗਈ ਹੈ। ਪਹਿਲੇ ਤਾਂ ਤਕਰੀਬਨ ਆਪਾਂ ਦੇਖਦੇ ਸਾਂ ਅੱਜ ਤੋਂ ਜੇ 40-50 ਸਾਲ ਪਿੱਛੇ ਨਜ਼ਰ ਮਾਰੀਏ ਤਾਂ ਵਿਦਿਆ ਦਾ ਪਸਾਰਾ ਬਹੁਤਾ ਨਹੀਂ ਸੀ ਤੇ ਉਹ ਜੋ ਮਤਲਬ ਵੀ ਸੁਣਿਆ ਉਹ ਸਾਖੀਆਂ ਸੁਣਾਤੀਆਂ ਤੇ ਕੰਮ ਚੱਲ ਜਾਂਦਾ ਸੀ। ਹੁਣ ਵਿਦਿਆ ਦਾ ਪਸਾਰਾ ਬਹੁਤ ਹੈ। ਆਉਣ ਵਾਲੀ ਜਨਰੇਸ਼ਨ ਵੱਲ ਅਗਰ ਧਿਆਨ ਮਾਰੀਏ ਤਾਂ ਉਹਨਾਂ ਨੂੰ ਤੁਸੀਂ ਕੋਈ ਗੱਲ ਐਵੇਂ ਨਹੀਂ ਥੋਪ ਸਕਦੇ। ਉਹ ਬਿਲਕੁਲ ਹਰ ਗੱਲ ਦੀ ਦਲੀਲ ਔਰ ਉਹਨਾਂ ਨੂੰ ਅੰਡਰਸਟੈਂਡ ਕਰਨਾ ਚਾਹੁੰਦੇ ਨੇ ਤੇ ਜਿੰਨਾ ਚਿਰ ਉਹ ਕਨਵਿੰਸ ਨਾ ਹੋਣ ਤੁਹਾਡੀ ਗੱਲ ਨੂੰ ਅਪਣਾ ਨਹੀਂ ਸਕਦੇ। ਤੇ ਇਸ ਕਰਕੇ ਜਿਹੜੇ ਸਾਡੇ ਗ੍ਰੰਥੀ ਸਿੰਘ ਹੋਣਗੇ ਜਾਂ ਪ੍ਰਚਾਰਕ ਸਿੰਘ ਹੋਣਗੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਕਾਬਲੀਅਤ ਜਿਵੇਂ ਵੀਰ ਜੀ ਨੇ ਦੱਸਿਆ ਐਸੀ ਹੋਣੀ ਚਾਹੀਦੀ ਹੈ ਕਿ ਜਿਹੜੀ ਗੱਲ ਉਹ ਕਰਨ ਉਹਦਾ ਸੰਗਤ ਤੇ ਇੰਪੈਕਟ ਪਵੇ। ਔਰ ਸਭ ਤੋਂ ਜ਼ਿਆਦਾ ਜ਼ਰੂਰੀ ਅਸੀਂ ਦੇਖਣਾ ਕਿ ਇਹ ਇੰਪੈਕਟ ਜਿਹੜਾ ਆਉਣ ਵਾਲੀ ਜਨਰੇਸ਼ਨ ਤੇ ਪੈਣਾ ਜ਼ਰੂਰੀ ਹੈ। ਜੇ ਸਾਡੇ ਵਰਗਿਆਂ ਨੂੰ ਫਰਕ ਕੋਈ ਪਾ ਵੀ ਦਿਓ ਤੇ ਇੰਨਾ ਜ਼ਿਆਦਾ ਫਰਕ ਨਹੀਂ ਪੈਣਾ, ਕਿਉਂਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਜਿਵੇਂ ਮੈਂ ਪਹਿਲੇ ਕਿਹਾ ਇੱਕ ਤੇ ਉਹ ਬਿਲਕੁਲ ਹਰ ਚੀਜ਼ ਜਿਹੜੀ ਹੈ ਉਹ ਦਲੀਲ ਦੀ ਕਸਵੱਟੀ ਤੇ ਰੱਖਦੇ ਨੇ ਤੇ ਉਹਨਾਂ ਦੀ ਤਸੱਲੀ ਹੋਣੀ ਬੜੀ ਜ਼ਰੂਰੀ ਹੈ, ਉਹਨਾਂ ਦੀ ਅਗਵਾਈ ਹੋਣੀ ਜ਼ਰੂਰੀ ਹੈ। ਤੋ ਇਸ ਕਰਕੇ ਸਮੇਂ ਦੇ ਹਾਣੀ ਹੋਣ ਦਾ ਮੇਰਾ ਮਤਲਬ ਇਹ ਹੈ ਕਿ ਹੁਣ ਇਸ ਵੇਲੇ ਸਾਰੇ ਸੰਸਾਰ ਵਿੱਚ ਸਿੱਖ ਜਿਹੜੇ ਨੇ ਉਹ ਪਸਰੇ ਨੇ ਔਰ ਤਕਰੀਬਨ ਹਰ ਥਾਂ ਤੇ ਗੁਰਦੁਆਰਾ ਸਾਹਿਬ ਵੀ ਹੁੰਦਾ। ਇਸ ਕਰਕੇ ਜਿਹੜੇ ਸਾਡੇ ਪ੍ਰਚਾਰਕ ਸ਼੍ਰੇਣੀ ਹੈ ਉਹਨਾਂ ਨੂੰ ਵੱਖ-ਵੱਖ ਭਾਸ਼ਾਵਾਂ ਦਾ ਵੀ ਗਿਆਨ ਹੋਣਾ ਚਾਹੀਦਾ। ਜਿਸ ਇਲਾਕੇ ਜਾਣ ਉਸ ਇਲਾਕੇ ਦੀ ਉਹਨਾਂ ਨੂੰ ਉੱਥੇ ਦੀ ਜਿਹੜੀ ਜੀਓਗ੍ਰਾਫੀ ਹੈ ਉਹਦੇ ਬਾਰੇ ਨੌਲੇਜ ਹੋਣਾ ਚਾਹੀਦਾ ਔਰ ਉੱਥੇ ਦਾ ਜਿਹੜਾ ਰਹਿਣ ਸਹਿਣ ਤਾਂ ਜੇ ਅਕੋਰਡਿੰਗਲੀ ਉੱਥੇ ਜਿਹੜਾ ਉਹ ਜਾ ਕੇ ਪ੍ਰਚਾਰ ਕਰੇ। ਮੈਂ ਇਹ ਗੱਲ ਇਸ ਕਰਕੇ ਵੀ ਕਹੀ ਹੈ ਕਿ ਇਸ ਆਪਣਾ ਯੂਰਪ ਅਮਰੀਕਾ ਦੇ ਵਿੱਚ ਕੀ ਹੈ
ਵੀ ਜਿਹੜੇ ਸਾਡੇ ਪ੍ਰਚਾਰਕ ਸਿੰਘ ਬਹੁਤੇ ਆਉਂਦੇ ਵੀ ਨੇ ਉਹ ਉਸੇ ਟਾਈਪ ਨਾਲ ਕਥਾ ਜਾਂ ਕਰਦੇ ਨੇ ਜਾਂ ਸਮਝਾਉਂਦੇ ਨੇ ਜਿਸ ਟਾਈਪ ਉਹ ਆਪਣੇ ਭਾਰਤ ਜਾਂ ਪੰਜਾਬ ਦੇ ਪਿੰਡਾਂ ਜਾਂ ਸ਼ਹਿਰਾਂ 'ਚ ਚੱਲਦੇ ਸਨ। ਕਿਉਂਕਿ ਇੱਥੇ ਦਾ ਜੋ ਐਟਮੋਸਫੀਅਰ ਹੈ, ਮਾਹੌਲ ਹੈ, ਜਾਂ ਇੱਥੇ ਦੇ ਬੱਚਿਆਂ ਦੀ ਜਿਹੜੀ ਅੰਡਰਸਟੈਂਡਿੰਗ ਹੈ ਉਹਨਾਂ ਨੂੰ ਉਹਦੇ ਮੁਤਾਬਕ ਜਿਹੜਾ ਹੈ ਉਹ ਦੱਸਣਾ ਜਿਹੜਾ ਉਹ ਪਏਗਾ। ਤੋ ਇਹ ਬੜਾ ਅਹਿਮ ਮਸਲਾ ਹੈ, ਮੈਂ ਜੋ ਸ਼ੁਰੂ 'ਚ ਵੀ ਕਿਹਾ, ਤੇ ਪਰ ਵੀਰ ਜੀ ਨੇ ਸਾਨੂੰ ਉਹਦੇ ਇੰਪੋਰਟੈਂਟ ਜਿਹੜੇ ਨੇ ਉਹ ਪੁਆਇੰਟਸ ਦੱਸੇ ਨੇ। ਔਰ ਕੁਛ ਗਰੁੱਪ ਚੈਟ ਵਿੱਚ ਵੀਰ ਤਜਿੰਦਰ ਸਿੰਘ ਨੇ ਐਡੀਸ਼ਨ ਕੀਤੀ ਹੈ, ਮੈਂ ਉਹਨੂੰ ਬੇਨਤੀ ਕਰਾਂਗਾ ਉਹ ਆਪ ਹੀ ਸੰਗਤ ਨਾਲ ਸਾਂਝੀ ਕਰ ਲਏ। ਹਾਂਜੀ ਤਜਿੰਦਰ ਸਿੰਘ। ਹਾਂਜੀ, ਮੈਂ ਉਸ ਦੇ ਬਾਰੇ ਰਿਪਲਾਈ ਕਰ ਹੀ ਰਿਹਾ ਸੀਗਾ ਡਾਕਟਰ ਗੁਰਪਾਲ ਸਿੰਘ ਜੀ ਕਿ ਆਪ ਦਾ ਸੁਝਾਅ ਆਪਣੇ ਹਿਸਾਬ ਨਾਲ ਠੀਕ ਹੈ, ਲੇਕਿਨ ਅਸੀਂ ਕਹਿੰਦੇ ਹਾਂ ਵੀ ਉਹਨਾਂ ਦੀ ਸੈਲਰੀ ਜਿਹੜੀ ਹੈ ਗੁਰਦੁਆਰਾ ਕਮੇਟੀ ਵੱਲੋਂ ਇੰਨੀ ਸਫੀਸ਼ੀਐਂਟ ਹੋਵੇ। ਉਹ ਦੇਖਦੇ ਹੋਇਆ ਵੀ ਜਿਸ ਇਲਾਕੇ ਵਿੱਚ ਰਹਿ ਰਹੇ ਨੇ ਉਸ ਹਿਸਾਬ ਦੇ ਨਾਲ ਉਹਨਾਂ ਦੇ ਬੱਚੇ ਉਹਨਾਂ ਸਕੂਲ ਵੀ ਪੜ੍ਹਾਉਣੇ ਨੇ, ਅੱਛੀ ਪੜ੍ਹਾਈ ਹੋਣੀ ਹੈ, ਤੇ ਅਗਰ ਅਸੀਂ ਇਹਨਾਂ ਦਾ ਮਾਈਂਡ ਡਾਇਵਰਟ ਕਰ ਦਿੰਦੇ ਹਾਂ ਕਿ ਉਹ ਵੋਕੇਸ਼ਨਲ ਕੋਰਸ ਕਰਨ ਲੱਗ ਪੈਣਗੇ ਤੇ ਫਿਰ ਉਹ ਐਜ਼ ਅ ਮਿਸ਼ਨਰੀ ਜਿਹੜੀ ਹੈ ਉਹ ਮੇਰੀ ਪੱਕੀ ਰਾਏ ਹੈ ਕਿ ਉਹ ਸਕਸੈਸਫੁਲ ਨਹੀਂ ਹੋਣਗੇ। ਕਿ ਜਿਹੜਾ ਬੰਦਾ ਦਿਹਾੜੀ ਜਿਹੜਾ ਹੈ ਉਹ ਆਪਣਾ ਕਿਸੇ ਵਰਕਸ਼ਾਪ 'ਚ ਆਪਣਾ ਜਿਹੜੀ ਹੈ ਉਹ ਕਰਕੇ ਕੰਮ ਆਇਆ, ਸਰੀਰ ਤੋੜ ਕੇ ਆਇਆ, ਤੇ ਉਹ ਸ਼ਾਮ ਨੂੰ ਫਿਰ ਸੰਗਤ ਨੂੰ ਪ੍ਰੋਪਰਲੀ ਐਡਰੈਸ ਨਹੀਂ ਕਰ ਸਕਦਾ, ਨਾ ਹੀ ਉਹ ਸਵੇਰੇ ਐਡਰੈਸ ਕਰੇਗਾ ਪ੍ਰੋਪਰਲੀ। ਤੋ ਇਸ ਕਰਕੇ ਸਾਨੂੰ ਇਸ ਨੂੰ ਡਾਇਵਰਟ ਨਹੀਂ ਕਰਨਾ ਚਾਹੀਦਾ। ਉਹ ਅਲੱਗ ਕੀਤਾ ਹੈ, ਇਹ ਗੁਰਮਤਿ ਪ੍ਰਚਾਰ ਦਾ ਜਿਹੜਾ ਅਲੱਗ ਹੈ। ਜਿੰਨੇ ਵੀ ਸਾਡੇ ਸਕਸੈਸਫੁਲ ਪੁਰਾਣੇ ਜਿਹੜੇ ਪ੍ਰਚਾਰਕ ਹੋਏ ਹਨ ਉਹਨਾਂ ਨੇ ਇਸ ਤਰੀਕੇ ਨਾਲ ਪ੍ਰਚਾਰ ਨਹੀਂ ਕੀਤਾ ਹੈ। ਅਸੀਂ ਭਾਈ ਪਿੰਦਰਪਾਲ ਸਿੰਘ ਜੀ ਦੀ ਗੱਲ ਲੈ ਲਈਏ, ਭਾਈ ਮਸਕੀਨ ਜੀ ਦੀ ਗੱਲ ਲੈ ਲਈਏ, ਔਰ ਪ੍ਰੋਫੈਸਰ ਦਰਸ਼ਨ ਸਿੰਘ ਜੀ ਲੈ ਲਈਏ, ਹੋਰ ਕਿੰਨੇ ਵੀ ਜਿਹੜੇ ਪ੍ਰਚਾਰਕ ਹਨ ਉਹਨਾਂ ਨੇ ਇੱਕ ਮਨ ਹੋ ਕਰਕੇ, ਇੱਕ ਚਿੱਤ ਹੋ ਕਰਕੇ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ ਹੈ, ਸੰਤਾਂ ਨੂੰ ਸਮਝਿਆ ਹੈ, ਕੀਰਤਨ ਨੂੰ ਉਸ ਢੰਗ ਨਾਲ ਕੀਤਾ ਹੈ ਤੇ ਬੜੇ ਵਧੀਆ ਢੰਗ ਨਾਲ ਉਹਨਾਂ ਨੇ ਪ੍ਰਚਾਰ ਕੀਤਾ। ਤੋ ਇਹ ਬੜੀ ਕੇਅਰਫੁਲ ਸਾਨੂੰ ਇਹ ਪਲਾਨ ਕਰਨਾ ਪਏਗਾ ਕਿ ਗ੍ਰੰਥੀ ਜਿਹੜੇ ਨੇ ਉਹ ਗ੍ਰੰਥੀ ਨੇ, ਉਹਨਾਂ ਨੂੰ ਪ੍ਰਚਾਰਕ ਦੇ ਤੌਰ ਦੇ ਉੱਪਰ ਹੀ ਸਾਨੂੰ ਜਿਹੜਾ ਹੈ ਉਹ ਲੈਣਾ ਚਾਹੀਦਾ ਹੈ। ਉਹ ਅਗਰ ਦੂਸਰੇ ਕੰਮ ਵੀ ਚਲੇ ਜਾਣਗੇ ਤੇ ਫਿਰ ਉਹ ਪ੍ਰਚਾਰ ਵਾਲੇ ਪਾਸੇ ਨਹੀਂ ਆਉਣਗੇ, ਇਹ ਪੱਕੀ ਗੱਲ ਹੈ। ਤੇ ਸਾਨੂੰ ਇਹ ਉਹਨੂੰ ਇਸ ਪਾਸੇ ਵੱਲ ਜਾਣ ਤੋਂ ਰੋਕਣਾ ਹੈ ਤੇ ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਨੂੰ ਇੰਨੀ ਸਫੀਸ਼ੀਐਂਟ ਤਨਖਾਹ ਦੇ ਦੇਵੇ ਕਿ ਉਹਨਾਂ ਨੂੰ ਹੋਰ ਪਾਸੇ ਵੱਲ ਡਬਲ ਸ਼ਿਫਟ ਕਰਨ ਵਾਸਤੇ ਉਹਦਾ ਧਿਆਨ ਨਾ ਦੇਣਾ ਜਾਵੇ। ਮੇਰੀ ਇਹ ਆਪ ਜੀ ਨੂੰ ਬੇਨਤੀ ਹੈ। ਬਿਲਕੁਲ ਠੀਕ ਹੈ ਜੀ, ਤੁਸੀਂ ਕਿਹਾ ਦੋਨੋਂ ਗੱਲਾਂ ਨੇ ਕਿ ਉਹਨਾਂ ਦੀ ਸੈਲਰੀ ਵੀ ਠੀਕ ਹੋਵੇ ਤੇ ਦੂਜਾ ਹੈ ਵੀ ਜਿਹੜੇ ਸਾਡੇ ਪ੍ਰਚਾਰਕ ਉਹ ਕਮਿਟਡ ਹੋਣ, ਉਹ ਵੀ ਕਮਿਟਡ ਹੋ ਕੇ ਜਿਸ ਵੇਲੇ ਕਰਨਗੇ ਨਾ ਪ੍ਰਚਾਰ, ਤਾਂ ਫਿਰ ਉਹਨਾਂ ਦੇ ਪ੍ਰਚਾਰ ਦਾ ਅਸਰ ਵੀ ਜਿਹੜਾ ਜ਼ਰੂਰ ਹੋਏਗਾ। ਲੋੜ ਹੈ, ਇਹ ਬਹੁਤ ਫੇਜ਼ ਗੇਮ ਹੈ। ਬਿਲਕੁਲ ਠੀਕ ਹੈ ਜੀ। ਤੋ ਸੰਗਤ ਜੀ ਫਿਰ ਵੀ ਇਹਦੇ 'ਚ ਕੋਈ ਹੋਰ ਸੁਝਾਅ ਆਉਣਗੇ ਤੇ ਅਸੀਂ ਆਪ ਜੀ ਦੇ ਨੋਟ ਕਰਾਂਗੇ। ਹੁਣ ਅਸੀਂ ਅਗਲੇ ਸਵਾਲ ਵੱਲ ਜਾਣਾ ਤੇ ਜਿਹਨਾਂ ਦੇ ਕੋਈ ਕੁਐਸਚਨ ਨੇ, ਹੈਂਡ ਰੇਜ਼ ਨੇ, ਮੈਂ ਉਹਨੂੰ ਬੇਨਤੀ ਕਰਾਂਗਾ ਕਿ ਐਟ ਦ ਐਂਡ ਆਫ ਦਾ ਸੈਸ਼ਨ ਅਸੀਂ ਕੁਐਸਚਨ ਉਹਨਾਂ ਦੇ ਲਵਾਂਗੇ। ਤੇ ਹੁਣ ਇਹ ਹੈ ਕਿ ਤੁਸੀਂ ਆਪਣੇ ਸੁਝਾਅ ਗਰੁੱਪ ਚੈਟ 'ਚ ਪਾ ਸਕਦੇ ਹੋ, ਅਸੀਂ ਨੋਟ ਕਰਾਂਗੇ। ਡਾਕਟਰ ਸਾਹਿਬ ਕਿਰਪਾਲ ਸਿੰਘ ਵੱਲੋਂ ਵੀ ਆਇਆ ਵੀ ਇਹਦਾ ਪੂਰਾ ਡਿਸਕਸ਼ਨ ਚਾਹੀਦੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਸਾਰੀਆਂ ਸੁਜੈਸ਼ਨ ਆ ਜਾਣਗੀਆਂ, ਫਿਰ ਇਹਦਾ ਬਕਾਇਦਾ ਇੱਕ ਦਿਨ ਜਿਹੜਾ ਹੈ ਇਹਦੇ ਤੇ ਇਹ ਵੀ ਰੱਖਿਆ ਜਾ ਸਕਦਾ ਹੈ, ਇਹ ਵਿਚਾਰ ਕਰ ਲਈ ਜਾਏ। ਧੰਨਵਾਦ ਸਭ ਦਾ ਜੀ। ਆਓ ਸੰਗਤ ਜੀ, ਸਮਾਂ ਦੌੜ ਰਿਹਾ, ਆਪਾਂ ਅਗਲੇ ਸਵਾਲ ਵੱਲ ਦੌੜੀਏ। ਅਗਲਾ ਸਵਾਲ ਜਿਹੜਾ ਉਹ ਗੁਰਬਾਣੀ ਦੇ ਉਚਾਰਨ ਬਾਰੇ ਹੈ। ਇਹ ਸਵਾਲ ਕੀਤਾ ਸਰ ਸੁਰਜੀਤ ਸਿੰਘ ਜੀ ਅੰਮ੍ਰਿਤਸਰ ਤੋਂ। ਸ਼ਬਦ ਦੀ ਤੁਕ ਹੈ ਜੀ, ਗੋਬਿੰਦ ਨਾ ਭਜੈ ਅਹੰ ਬੁੱਧ ਮਾਤਾ, ਜਨਮ ਜੁਏ ਜਿਉ ਹਾਰੈ। ਉਹ ਕਹਿੰਦੇ ਵੀ ਇਹ ਜਿਹੜਾ ਲਫ਼ਜ਼ ਮਾਂ ਨੂੰ ਕਰਨਾ, ਤਾਂ ਨੂੰ ਕਰਨਾ, ਮਾਤਾ ਹੈ, ਵੀ ਇਹ ਮਾਤਾ ਦਾ ਅਰਥ ਮਾਂ ਵੀ ਹੁੰਦਾ ਹੈ ਤੇ ਮਾਤਾ ਦਾ ਅਰਥ ਮਤਵਾਲਾ ਵੀ ਹੁੰਦਾ ਹੈ। ਤੇ ਉਹ ਕਹਿੰਦੇ ਵੀ ਇਹਦੇ 'ਚ ਕੋਈ ਖਾਸ ਚਿੰਨ੍ਹ ਹੈ ਨਹੀਂ ਤੇ ਉਚਾਰਨ 'ਚ ਫਰਕ ਹੈਗਾ ਜਾਂ ਨਹੀਂ ਹੈਗਾ। ਤੋ ਇਹਦੇ ਬਾਰੇ ਉਹਨਾਂ ਦਾ ਜੋ ਹੀ ਵੀ ਇਹ ਕਨਫਿਊਜ਼ਨ ਹੈ, ਕਸਨ ਜੀ ਤੁਸੀਂ ਕਿਰਪਾ ਕਰੋ ਇਹਦੇ ਬਾਰੇ ਆਪਣੀ ਵਿਚਾਰ ਦੱਸੋ ਕਿ ਆਇਆ ਇਹ ਜੋ ਲਫ਼ਜ਼ ਮਾਤਾ ਹੈ ਇਹਦੇ ਦੋ ਅਰਥ ਬਣਦੇ ਨੇ ਤੇ ਆਇਆ ਉਚਾਰਨ 'ਚ ਫਰਕ ਹੋਏਗਾ ਜਾਂ ਕੋਈ ਚਿੰਨ੍ਹ ਲੱਗੇਗਾ? ਵੀਰ ਕੇ ਕਸਨ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜੋ ਆਪਣਾ ਵਿਸ਼ੇ ਅਧੀਨ ਇਹ ਸ਼ਬਦ ਆਇਆ ਹੈ, ਵੀਰ ਜੀ ਨੇ ਭੇਜਿਆ ਹੈ, ਗੋਬਿੰਦ ਨਾ ਭਜੈ ਅਹੰ ਬੁੱਧ ਮਾਤਾ, ਜਨਮ ਜੂਏ ਜਿਉ ਹਾਰੈ। ਤੇ ਇਹਦੇ ਵਿੱਚ ਇੱਕ ਸ਼ਬਦ ਮਾਤਾ ਆਇਆ। ਇਹ ਆਮ ਤੌਰ 'ਤੇ ਮਾਤਾ ਮਦਰ ਵਾਸਤੇ ਵੀ ਆਉਂਦਾ ਤੇ ਜਿੱਥੋਂ ਤੱਕ ਕੋਈ ਬਨਾਵਟੀ ਚਿੰਨ੍ਹ ਹੈ, ਮਤਲਬ ਕੋਈ ਵਾਧਾ ਘਾਟਾ, ਉਹ ਦੋਨਾਂ ਦੇ ਵਿੱਚ ਕੋਈ ਵੀ ਨਹੀਂ ਹੈ। ਅਗਰ ਇਹਦਾ ਅਰਥ ਮਾਤਾ ਹੋਵੇ ਤਾਂ ਵੀ ਮੰਮੇ ਨੂੰ ਕੰਨਾ, ਤੱਤੇ ਨੂੰ ਕੰਨਾ ਲੱਗਣਾ, ਤੇ ਜੇ ਇਹਦਾ ਅਰਥ ਮਾਤਾ ਹੋਵੇ ਮਦਰ ਵਾਲਾ ਤਾਂ ਵੀ ਮੰਮੇ ਨੂੰ ਕੰਨਾ, ਤੱਤੇ ਨੂੰ
ਕੰਨਾ ਹੀ ਲੱਗਣਾ ਹੈ। ਜਿਵੇਂ ਕਿ ਅਸੀਂ ਗੁਰਬਾਣੀ ਦੇ ਵਿੱਚ ਹੋਰ ਵੀ ਕੁਝ ਸ਼ਬਦ ਅਜਿਹੇ ਹੈ ਜਿਵੇਂ ਫਾਰ ਐਗਜ਼ਾਮਪਲ ਸੀਤਾ ਲਕਸ਼ਮਣ ਵਿਛੜ ਗਿਆ, ਉੱਥੇ ਸੀਤਾ ਨਾਂ ਹੈ ਤੇ ਇਹੀ ਸ਼ਬਦ ਜਪਜੀ ਸਾਹਿਬ ਦੇ ਵਿੱਚ ਆਉਂਦਾ ਹੈ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਸੋ ਜਿੱਥੇ ਸੀਤਾ ਮਤਲਬ ਸਿਉਂਤਾ ਚੰਗੀ ਤਰ੍ਹਾਂ, ਉੱਥੇ ਫਿਰ ਉਹ ਸ਼ਾਰਟ ਹੋ ਜਾਂਦਾ ਥੋੜਾ ਜਿਹਾ, ਉਹਦੀ ਜਿਹੜੀ ਲਮਕਾ ਉਹ ਘਟ ਜਾਂਦੀ ਹੈ, ਲਮਕਾ ਦੀ ਅਵਸਥਾ। ਲੇਕਿਨ ਜਦੋਂ ਸੀਤਾ ਨਾ ਆ ਗਿਆ ਫਿਰ ਉਹਦਾ ਜਿਹੜਾ ਤੱਤੇ ਦਾ ਕੰਨਾ ਹੈ ਸੀਤਾ, ਉਹ ਥੋੜਾ ਜਿਹਾ ਮਤਲਬ ਆਵਾਜ਼ ਜਿਹੜੀ ਲਮਕਾ ਵਾਲੀ ਦੇਵੇਗਾ, ਕਿਉਂਕਿ ਜਿਹੜੀ ਕੰਨੇ ਦੀ 2 ਮਾਤਰਾ ਹੈਗੀ ਹੈ ਆਪਣੀ ਦੀਰਘ ਮਾਤਰਾ ਹੈ ਤੇ ਫਿਰ ਉਹਦਾ ਉਚਾਰਨ ਪੂਰਾ ਹੀ ਹੋਣਾ। ਲੇਕਿਨ ਜਿੱਥੇ ਸੀਤਾ ਪੜਾਂਗੇ ਸੀਤੋ ਸੀਤਾ, ਉੱਥੇ ਉਹਦੀ ਥੋੜੀ ਜਿਹੀ ਆਵਾਜ਼ ਸ਼ਾਰਟ ਕਰ ਦਿਆਂਗੇ। ਇਸੇ ਤਰ੍ਹਾਂ ਹੀ ਸਾਡੇ ਕੁਝ ਜਿਵੇਂ ਕਿ ਦਾਤਾ ਲਾ ਲਓ, ਦਾਤਾ ਦਾਤਾਂ ਦੇਣ ਵਾਲਾ ਪਰਮਾਤਮਾ, ਪਰ ਇੱਕ ਅਸੀਂ ਆਮ ਘਰਾਂ ਦੇ ਵਿੱਚ ਜਿਹਨੂੰ ਦਾਤਰ ਕਹਿੰਦੇ ਆ ਤੇ ਉਹਨੂੰ ਦਾਤਾ ਬੋਲਦੇ ਆ, ਉਹਨੂੰ ਲਮਕਾ ਦੀ ਆਵਾਜ਼ 'ਚ ਨਹੀਂ ਲੈਂਦੇ। ਜਿਵੇਂ ਇੱਕ ਦਾਤੀ, ਜਿਹੜੇ ਲੋਕ ਮਤਲਬ ਕਿ ਦੇਵੀ ਦੇ ਪੁਜਾਰੀ ਹੈ ਉਹ ਉਹਨੂੰ ਦਾਤੀ ਕਹਿੰਦੇ ਆ, ਦਾਤਾਂ ਦੇਣ ਵਾਲੀ ਦਾਤੀ। ਪਰ ਇੱਕ ਸਾਡੇ ਘਰਾਂ ਦੇ ਵਿੱਚ ਆਮ ਹੀ ਹਰਾ ਚਾਰਾ ਜਾਂ ਫਸਲ ਕੱਟਣ ਵਾਲੀ ਦਾਤੀ, ਉਹਦੀ ਆਵਾਜ਼ ਅਸੀਂ ਛੋਟੀ ਕਰ ਦਿੰਦੇ ਹਾਂ। ਤੇ ਲਿਖਣ ਦੇ ਵਿੱਚ ਦਾਤੀ ਤੇ ਦਾਤੀ ਲਿਖਣ ਦਾ ਇੱਕੋ ਹੀ ਢੰਗ ਹੈ, ਦਾਤਾ ਤੇ ਦਾਤਾ। ਇਸੇ ਤਰ੍ਹਾਂ ਹੀ ਮਾਤਾ ਤੇ ਮਾਤਾ, ਮਾਤਾ ਦਾ ਅਸਤਾ ਮਸਤ ਖਚਤ, ਗੋਬਿੰਦ ਨਾ ਭਜੈ ਪਰਮਾਤਮਾ ਦਾ ਭਜਨ ਨਹੀਂ ਕਰਦਾ ਹੈ, ਕਿਉਂ? ਇਹ ਬੁੱਧ ਮਾਤਾ, ਉਹ ਆਪਣੀ ਹੰਕਾਰ ਵਾਲੀ ਬੁੱਧੀ ਦੇ ਵਿੱਚ ਮਸਤ ਹੈ, ਖਚਤ ਹੈ, ਜਨਮ ਜੂਏ ਜਿਉਂ ਹਾਰੇ। ਉਹਦੀ ਹਾਲਤ ਇਹ ਹੈ ਜਿਵੇਂ ਜੁਆਰੀ ਜੂਏ ਦੇ ਵਿੱਚ ਸਾਰਾ ਕੁਝ ਆਪਣਾ ਧਨ ਦੌਲਤ ਹਾਰ ਜਾਂਦਾ ਹੈ ਤੇ ਉਹ ਜਿਹੜਾ ਜਨਮ ਹੈ ਜੂਏ ਦੇ ਵਿੱਚ ਹਾਰ ਜਾਂਦਾ ਹੈ। ਸੋ ਗੁਰਬਾਣੀ ਦੇ ਵਿੱਚ ਕੋਈ ਅਲੱਗ-ਅਲੱਗ ਕੋਈ ਮਤਲਬ ਬਾਦ ਘਾਟ ਨਹੀਂ ਵੀ ਕਿਤੇ ਕੋਈ ਅੱਧਕ ਲੱਗ ਜੇ ਜਾਂ ਕੋਈ ਕੰਨਾ ਲੱਗ ਜੇ ਜਾਂ ਪੈਰ 'ਚ ਹਾਹਾ ਲੱਗ ਜੇ। ਲਿਖਣ ਸ਼ੈਲੀ ਮਾਤਾ ਤੇ ਮਾਤਾ ਦੀ ਇੱਕੋ ਹੀ ਹੈ ਤੇ ਇਹ ਕੇਵਲ ਅਭਿਆਸ ਕਰਨ ਨਾਲ ਹੀ ਪਤਾ ਲੱਗ ਜਾਂਦਾ ਹੈ ਵੀ ਕਿੱਥੇ ਮਾਤਾ ਪੜ੍ਹਨਾ ਹੈ ਤੇ ਕਿੱਥੇ ਮਾਤਾ। ਤੇ ਇਸੇ ਤਰ੍ਹਾਂ ਹੀ ਇੱਕ ਇਹਦਾ ਹੋਰ ਉਚਾਰਨ ਵੀ ਹੋ ਸਕਦਾ ਹੈ। ਜੇ ਫਰਜ਼ ਕਰ ਲਓ ਜਿਹੜਾ ਮਾਤਾ ਸੰਬੋਧਨਵਾਚੀ ਸ਼ਬਦ ਹੋਵੇ ਤਾਂ ਫਿਰ ਇਹ ਮਾਤਾ ਨਾਲੋਂ ਥੋੜਾ ਜਿਹਾ ਹੋਰ ਲਮਕਾ ਅਵਸਥਾ ਵਿੱਚ ਪੜ੍ਹਿਆ ਜਾਣਾ। ਮਾਤਾ, ਜਿਵੇਂ ਅਸੀਂ ਨਾਨਕ ਭਗਤਾਂ ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ, ਤੇ ਨਾਨਕ ਦੀ ਅਸੀਂ ਥੋੜੀ ਜਿਹੀ ਆਵਾਜ਼ ਜਿਹੜੀ ਲਮਕਾ ਦਿੰਦੇ ਹਾਂ। ਇਸੇ ਤਰ੍ਹਾਂ ਹੀ ਸੱਚ ਕੀ ਬਾਣੀ ਨਾਨਕ ਆਖੇ, ਪਰ ਉੱਥੇ ਅਸੀਂ ਨਾਨਕ ਦੀ ਜਿਹੜੀ ਲੈ ਹੈ ਉਹ ਲਮਕਾ ਅਵਸਥਾ ਵਿੱਚ ਨਹੀਂ ਪੜ੍ਹਦੇ। ਤੇ ਇਸੇ ਤਰ੍ਹਾਂ ਹੀ ਹੋਰ ਵੀ ਸ਼ਬਦ ਹੈਗੇ ਆ। ਫਰਜ਼ ਕਰ ਲਓ ਸੀਤਾ ਸਿਉਂਤਾ ਹੋਇਆ, ਉੱਥੇ ਉਹਦੀ ਆਵਾਜ਼ ਛੋਟੀ ਕਰਤੀ, ਸੀਤਾ ਉਹ ਉਹਦੀ ਆਮ ਆਵਾਜ਼ ਹੋ ਗਈ। ਪਰ ਜੇ ਸੀਤਾ ਨੂੰ ਸੰਬੋਧਨ ਹੈ ਤੇ ਇਹ ਆਮ ਨਾਲੋਂ ਹੋਰ ਆਵਾਜ਼ ਥੋੜੀ ਜਿਹੀ ਲੰਮੀ ਹੋ ਜਾਣੀ ਹੈ। ਸੋ ਇਹਦੇ 3 ਰੂਪ ਹੋ ਗਏ ਜੀ। ਸੋ ਇਹ ਕੇਵਲ ਅਭਿਆਸ ਨਾਲ ਹੀ ਹੁੰਦਾ ਹੈ ਵੀ ਕਿੱਥੇ ਸੰਬੋਧਨ ਹੈ ਆਵਾਜ਼ ਹੋਰ ਲੰਬੀ ਕਰਨੀ ਹੈ, ਕਿੱਥੇ ਉਹਦੀ ਜਿਹੜੀ ਨਾਰਮਲ ਆਮ ਸਧਾਰਨ ਆਵਾਜ਼ ਉਹ ਰੱਖਣੀ ਹੈ ਤੇ ਕਿੱਥੇ ਉਦੋਂ ਵੀ ਛੋਟੀ ਕਰਨੀ ਹੈ। ਸੋ ਮੇਰਾ ਖਿਆਲ ਸੁਰਜੀਤ ਸਿੰਘ ਦਾ ਜਿਹੜਾ ਜਵਾਬ ਸੀ ਉਹਨਾਂ ਨੂੰ ਕਾਫੀ ਇਹਦੇ ਵਿੱਚ ਜਾਣਕਾਰੀ 'ਚ ਵਾਧਾ ਹੋਇਆ ਨਾ। ਸੋ ਭੁੱਲ ਚੁੱਕ ਖਿਮਾ ਦੇ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਦੱਸਿਆ ਵੀ ਕੇਵਲ ਅਭਿਆਸ ਨਾਲ ਹੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਉਹਨਾਂ ਦੀ ਜ਼ਿਆਦਾ ਅੰਡਰਸਟੈਂਡਿੰਗ ਹੋਏਗੀ। ਬਿਲਕੁਲ ਠੀਕ ਹੈ, ਸਾਨੂੰ ਅਭਿਆਸ ਕਰਨਾ ਚਾਹੀਦਾ। ਜਿਸ ਵੇਲੇ ਆਪਾਂ ਸਹਿਜ ਪਾਠ ਦਾ ਮਤਲਬ ਵੀ ਹੈ ਕਿ ਸਹਿਜੇ ਸਹਿਜੇ ਪਾਠ ਕਰੀਏ ਤਾਂ ਉਸ ਵੇਲੇ ਅੰਡਰਸਟੈਂਡ ਸਮਝ ਕੇ ਕਰੀਏ ਬਾਈ ਆਇਆ ਕਿੱਥੇ ਰੁਕਣਾ ਹੈਗਾ ਉਚਾਰਨ, ਤੇ ਕਿੱਥੇ ਰੁਕਣਾ, ਪ੍ਰੋਨਾਊਂਸੀਏਸ਼ਨ ਕੀ ਹੈ ਔਰ ਉਹਦਾ ਉਚਾਰਨ ਕੀ ਹੈ, ਉਹਦਾ ਜੋ ਆਪਾਂ ਕਹਿੰਦੇ ਹਾਂ ਗ੍ਰਾਮੈਟੀਕਲ ਉਹਦੇ ਕਿੱਥੇ ਆਪਾਂ ਰੁਕਣਾ, ਕਿੱਥੇ ਤੇਜ਼ ਚੱਲਣਾ। ਸਾਧ ਸੰਗਤ ਜੀ, ਦੁਨੀਆ ਦੀਆਂ ਕਈ ਐਸੀਆਂ ਬੋਲੀਆਂ ਨੇ ਜਿਨ੍ਹਾਂ ਵਿੱਚ ਸੇਮ ਵਰਡ ਜਿਹੜਾ ਉਹੀ ਅੱਖਰ ਜਿਹੜਾ ਜੇ ਆਪਾਂ ਉੱਚੀ ਬੋਲੀਏ ਤਾਂ ਉਹਦਾ ਅਰਥ ਹੋਰ ਹੈ, ਜੇ ਨੀਵੀਂ ਸੁਰ ਵਿੱਚ ਬੋਲੀਏ ਤਾਂ ਉਹਦਾ ਅਰਥ ਹੋਰ ਹੈ। ਤਾਂ ਇਹਦਾ ਮਤਲਬ ਹੈ ਕਿ ਹਰੇਕ ਬੋਲੀਆਂ ਦੇ ਵਿੱਚ ਇਹੋ ਜਿਹੀ ਕਈ ਤਰ੍ਹਾਂ ਦੀਆਂ ਕੁਆਲਿਟੀਜ਼ ਨੇ। ਤਾਂ ਜਿਹੜਾ ਉਚਾਰਨ ਹੈ ਇਹ ਫਿਰ ਇੱਕ ਹੋਰ ਬੜਾ ਖਿਆਲ ਰੱਖਣ ਦੀ ਲੋੜ ਹੈ ਕਿ ਉਚਾਰਨ ਕਿਸ ਲਹਿਜੇ ਵਿੱਚ ਕੀਤਾ। ਕਈ ਵਾਰ ਅਸੀਂ ਕਹਿੰਦੇ ਹਾਂ ਬਈ ਕੋਈ ਫਾਰ ਐਗਜ਼ਾਮਪਲ ਮੈਂ ਇੱਕ ਹੁਣ ਖਿਮਾ ਕਰਨਾ, ਮੈਂ ਇੱਕ ਆਪਣਾ ਸੈਂਟੈਂਸ ਬੋਲਦਾ ਬਈ ਇੱਕ ਅਸੀਂ ਕਹਿੰਦੇ ਵੀ ਇਹ ਕੰਮ ਹੋਇਆ, ਕਹਿੰਦੇ ਚੰਗਾ ਕੀਤਾ, ਇਹਨਾਂ ਦੂਜਾ ਕਹਿੰਦਾ ਜੇ ਕੋਈ ਕੰਮ ਖਰਾਬ ਕਰਕੇ ਕਹਿੰਦੇ ਚੰਗਾ ਕੀਤਾ ਤੂੰ, ਮਤਲਬ ਗੱਲ ਤੇ ਚੰਗਾ ਕੀਤੀ ਹੈ ਪਰ ਉਹਦੇ ਕਹਿਣ ਦੇ ਲਹਿਜੇ 'ਚ ਫਰਕ ਪੈ ਗਿਆ, ਉਹਦੇ ਅਰਥ ਹੀ ਬਿਲਕੁਲ ਰਿਵਰਸ ਹੋ ਗਏ। ਇਹਦਾ ਮਤਲਬ ਇਹ ਹੈ ਕਿ ਬੋਲੀ ਤੇ
ਸਾਨੂੰ ਇੰਨਾ ਕੰਟਰੋਲ ਚਾਹੀਦਾ ਹੈ ਕਿ ਆਇਆ ਉਹਨੂੰ ਕਿਸ ਲਹਿਜੇ 'ਚ ਬੋਲਣਾ ਹੈ। ਔਰ ਅੱਜ ਦਾ ਜਿਹੜਾ ਸਵਾਲ ਸੀ ਵੀਰ ਜੀ ਨੇ ਜਿਹੜਾ ਕਲੀਅਰ ਕੀਤਾ, ਉਹ ਮਾਤਾ ਤੇ ਮਾਤਾ ਇਸੇ ਹੀ ਹੈ ਕਿ ਉਹਨੂੰ ਆਪਾਂ ਬੋਲਣ ਦੇ ਵਿੱਚ ਕਿਵੇਂ ਕਰਨਾ ਹੈ। ਤੋ ਜਿਸ ਵੇਲੇ ਸਾਡਾ ਉਚਾਰਨ ਸਹੀ ਹੋਏਗਾ ਤੋ ਉਸ ਵੇਲੇ ਸਾਨੂੰ ਉਹਦੇ ਅਰਥ ਜਿਹੜੇ ਨੇ ਉਹ ਸਮਝ ਜ਼ਿਆਦਾ ਆਸਾਨ ਹੋਣਗੇ। ਔਰ ਪਾਰਟਿਕੂਲਰਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਤਾਂ ਇਹ ਹੋਰ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈਆਂ ਬੋਲੀਆਂ ਦੇ ਸ਼ਬਦ ਜਿਹੜੇ ਨੇ ਆਪਾਂ ਵਿੱਚ ਦੇਖਦੇ ਹਾਂ, ਪੜ੍ਹਦੇ ਹਾਂ, ਤੇ ਉਹ ਸ਼ਬਦ ਕਈ ਬੋਲੀਆਂ ਦੇ ਨੇ। ਫਿਰ ਵੱਖ-ਵੱਖ ਜਿਹੜੇ ਨੇ ਸਮਿਆਂ ਦੇ ਮੁਤਾਬਕ ਗੁਰੂ ਮਹਾਰਾਜ ਦੀ ਬਾਣੀ ਜਿਹੜੀ ਉਚਾਰੀ ਹੈ, ਤੋ ਉੱਥੇ ਦੀ ਸਾਰੀ ਜਿਹੜੀ ਇਮੈਜੀਨੇਸ਼ਨ ਹੈ, ਅੰਡਰਸਟੈਂਡਿੰਗ ਹੈ, ਉਹਦੇ ਲਈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੋਣੀਆਂ ਜ਼ਰੂਰੀ ਨੇ। ਮੈਂ ਜਿਵੇਂ ਸ਼ੁਰੂ 'ਚ ਕਿਹਾ, ਬਾਣੀ ਸਮੁੰਦਰ ਹੈ, ਇਹਦੇ 'ਚ ਆਪਾਂ ਜਿੰਨੀਆਂ ਵੀ ਤਾਰੀਆਂ ਲਾਵਾਂਗੇ ਉਨੀਆਂ ਥੋੜ੍ਹੀਆਂ ਨੇ। ਲਾਉਂਦੇ ਰਹਿਣਾ ਆਪਾਂ ਸਾਰੀ ਉਮਰ, ਜਦ ਤੱਕ ਸਵਾਸ ਹੈ ਅਸੀਂ ਇਸ ਕੰਮ ਨੂੰ ਤੇ ਲੱਗੇ ਰਹੀਏ। ਸਤਿਗੁਰੂ ਸਾਡੇ ਤੇ ਬਖਸ਼ਿਸ਼ ਕਰਨ। ਤੋ ਵੀਰ ਕਿੱਕਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ, ਮੈਂ ਇੱਕ ਦੋ ਬੇਨਤੀਆਂ ਕਰਨੀਆਂ ਨੇ ਵੀ। ਇੱਕ ਤਾਂ ਮੈਂ ਬੜੀ ਵਾਰੀ ਅੱਗੇ ਵੀ ਬੇਨਤੀ ਕੀਤੀ ਹੈ ਵੀ ਸੰਗਤ ਵਿੱਚ ਬਹੁਤ ਸਾਰੇ ਵੀਰ ਭੈਣਾਂ ਨੇ, ਕਿਉਂਕਿ ਜਿਨ੍ਹਾਂ ਨੂੰ ਹੁਣ ਸਾਨੂੰ ਤੀਜਾ ਸਾਲ ਸ਼ੁਰੂ ਹੋ ਗਿਆ ਇਸ ਟੱਬਰ 'ਚ ਜੁੜਿਆ, ਤੇ ਸਾਨੂੰ ਪਤਾ ਲੱਗ ਜਾਂਦਾ ਵੀ ਆਪਾਂ ਕਿਹੜੀ ਚੀਜ਼ਾਂ ਦੇ ਸਾਡੇ ਇਹ ਵੀਰ ਭੈਣਾਂ ਮਾਲਕ ਨੇ। ਤੋ ਸੰਗਤ 'ਚ ਬਥੇਰੀਆਂ ਵੀਰਾਂ ਭੈਣਾਂ ਐਸੇ ਨੇ ਜਿਹੜੇ ਇੱਥੇ ਐਡਰੈਸ ਕਰ ਸਕਦੇ ਨੇ, ਉਹ ਕੋਈ ਨਾ ਕੋਈ ਵਿਸ਼ਾ ਨਿਭਾ ਸਕਦੇ। ਤੋ ਇਹ ਆਪਾਂ ਬੇਨਤੀ ਗਾਇਬ ਕਰਦੇ ਰਹੀਦਾ, ਪਰ ਇੱਕ ਦੋ ਸੱਜਣਾ ਤੋਂ ਬਾਅਦ ਕੋਈ ਨਹੀਂ ਸਾਹਮਣੇ ਆਇਆ। ਤੇ ਮੈਂ ਅੱਜ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਬਈ ਇਹ ਪਲੇਟਫਾਰਮ ਸਾਂਝਾ, ਤੇ ਆਪਾਂ ਕੋਈ ਵੀ ਵਿਸ਼ਾ ਲੈ ਕੇ ਉਹਦੀ ਤਿਆਰੀ ਕਰਕੇ, ਹਾਂ ਉਹਦੇ ਲਈ ਕੋਈ ਕਿਸੇ ਕਿਸਮ ਦੀ ਕੰਸਲਟੇਸ਼ਨ ਚਾਹੀਦੀ ਹੈ, ਤੁਸੀਂ ਪੈਨਲ ਮੈਂਬਰਸ ਨੂੰ ਅਪਰੋਚ ਕਰ ਸਕਦੇ ਹੋ। ਪਰ ਕੋਸ਼ਿਸ਼ ਜ਼ਰੂਰ ਕਰੋ ਕਿ ਵਿਸ਼ੇ ਤਿਆਰ ਕਰਕੇ ਤੁਸੀਂ ਵੀ ਜਿਹੜੇ ਨੇ ਉਹ ਨਿਭਾਓ, ਸੰਗਤ ਵਿੱਚ ਤੁਸੀਂ ਸਾਡੇ ਸਾਹਮਣੇ ਆਓ। ਇਹ ਮੇਰੀ ਬੇਨਤੀ ਹੈ। ਔਰ ਤਾਂ ਜੇ ਸਾਨੂੰ ਵੈਰਾਈਟੀਜ਼ ਆਫ ਸਪੀਕਰ ਜਿਹੜੇ ਨੇ ਮਿਲਣਗੇ ਤਾਂ ਇਹ ਸਾਡਾ ਫੋਰਮ ਜਿਹੜਾ ਜ਼ਿਆਦਾ ਚੱਲੇਗਾ। ਇੱਕ ਹੋਰ ਬੇਨਤੀ ਜਿਹੜੀ ਹਿੰਦੀ ਕਲਾਸ ਬਾਰੇ ਆਪਾਂ ਕਰਦੇ ਹਾਂ, ਮੈਂ ਹੁਣ ਨਾਲ ਲੱਗਦੇ ਕਰ ਦਵਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿੱਛੇ ਇਹ ਐਸੀ ਡਿਮਾਂਡ ਆਈ ਸੀ ਕਿ ਹਿੰਦੀ ਵਿੱਚ ਜਿਹੜੀ ਹੈ ਉਹ ਕਲਾਸ ਸ਼ੁਰੂ ਕੀਤੀ ਜਾਏ। ਕਲਾਸ ਤੇ ਮੇਰੀ ਜਾਚੀ ਹੈ ਹਰ ਬੋਲੀ 'ਚ ਸ਼ੁਰੂ ਹੋਣੀ ਚਾਹੀਦੀ, ਇੰਗਲਿਸ਼, ਹਿੰਦੀ, ਜਾਂ ਈਵਨ ਜੇ ਹੋ ਸਕੇ ਸਾਡੇ ਕੋਲ ਇਹੋ ਜਿਹੇ ਰਿਸੋਰਸਿਸ ਬਣ ਜਾਣ ਤੇ ਇਹ ਸਪੈਨਿਸ਼, ਜਰਮਨ ਜਿਹੜੀਆਂ ਬੋਲੀਆਂ ਨੇ ਉਹਨਾਂ ਵਿੱਚ ਵੱਧ ਤੋਂ ਵੱਧ ਹੋਏਗਾ, ਤੇ ਤਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਜਿਹੜਾ ਹੈ ਉਹ ਕਰ ਸਕਾਂਗੇ। ਅਜੇ ਤੱਕ ਇੰਨੀਆਂ ਸਦੀਆਂ ਬੀਤਣ ਤੇ ਇਹ ਸਾਡੀ ਕੌਮ ਦੀ ਕਮਜ਼ੋਰੀ ਹੈ ਕਿ ਅਸੀਂ ਇਸ ਬਾਣੀ ਨੂੰ ਨਾ ਇੱਕ ਲਿਮਟਿਡ ਜਿਹੇ ਖੇਤਰ 'ਚ ਰੱਖਿਆ। ਆਮ ਤੌਰ ਤੇ ਪ੍ਰਭਾਵ ਇਹੀ ਹੈ ਵੀ ਇਹ ਸਿੱਖਾਂ ਦੀ ਬਾਣੀ, ਇਹ ਸਿੱਖਾਂ ਲਈ ਨਹੀਂ ਬਾਣੀ। ਇਹ ਬਾਣੀ ਤਾਂ ਇਹ ਸਾਰੇ ਲਈ ਸਾਂਝੀ ਹੈ, ਤੇ ਕੋਈ ਗਾਵੇ ਕੋਸਨੇ ਕੋਈ ਕਰੇ ਵਿਚਾਰ, ਤੇ ਇਹਨੂੰ ਸਾਰੇ ਸੰਸਾਰ ਵਿੱਚ ਫੈਲਾਉਣ ਦੀ ਲੋੜ। ਉਹ ਤਾਂ ਹੀ ਫੈਲ ਸਕਦਾ ਹੈ ਕਿ ਸੰਸਾਰ ਦੇ ਜਿਹੜੇ ਡਿਫਰੈਂਟ ਕਲਚਰਸ ਨੇ ਜਾਂ ਡਿਫਰੈਂਟ ਲੈਂਗੁਏਜਸ ਨੇ ਉਹਦੇ ਨਾਲ ਐਕੁਆਇੰਟਡ ਸਾਡੇ ਪ੍ਰਚਾਰਕ ਹੋਣ, ਜਿਵੇਂ ਪਹਿਲਾ ਸਵਾਲ ਵੀਰ ਤੇਜਿੰਦਰ ਸਿੰਘ ਨੇ ਹੱਲ ਕੀਤਾ, ਤੇ ਤਾਂ ਹੀ ਇਸ ਬਾਣੀ ਦਾ ਪ੍ਰਚਾਰ ਹੋਏਗਾ। ਅਸੀਂ ਬਹੁਤ ਪਛੜੇ ਹਾਂ, ਇਹਨੂੰ ਅੱਗੇ ਲਿਆਉਣ ਦੀ ਲੋੜ ਹੈ ਸਾਧ ਸੰਗਤ ਜੀ। ਤੇ ਚਲੋ ਇੱਕ ਇਨੀਸ਼ੀਏਟਿਵ ਸੀ ਜਿਹੜਾ ਅਸੀਂ ਸੌਖਾ ਕਰ ਸਕਦੇ ਹਾਂ, ਕਿਉਂਕਿ ਪੰਜਾਬੀ ਹਿੰਦੀ 'ਚ ਸਾਡੇ ਮਤਲਬ ਪ੍ਰਚਾਰਕ ਜਿਹੜੇ ਨੇ ਉਹਨਾਂ ਦਾ ਹੱਥ ਸੌਖਾ ਹੀ ਹੈ। ਤੋ ਹਿੰਦੀ ਦੀ ਕਲਾਸ ਆਪ ਜੀ ਨੂੰ ਪਤਾ 10 ਮਈ ਤੇ ਸ਼ੁਰੂ ਹੋ ਰਹੀ ਹੈ। ਤੋ ਇਹ ਫਿਲਹਾਲ ਹਫ਼ਤੇ 'ਚ ਇੱਕ ਦਿਨ ਹੋਇਆ ਕਰੇਗੀ। ਤੋ ਉਹਦੇ ਲਈ ਕੁਝ ਨਾਮ ਸਾਡੇ ਕੋਲ ਆਏ ਨੇ, ਪਿੱਛੇ ਜੇ ਡਾਕਟਰ ਕਿਰਪਾਲ ਸਿੰਘ ਜੀ ਨੇ ਨਾਮ ਭੇਜੇ ਨੇ, ਉਹਨਾਂ ਦਾ ਵੀ ਬੜਾ ਅੱਛਾ ਰਿਸਪਾਂਸ ਆਇਆ ਹੈ। ਕੱਲ੍ਹ ਵੀ ਰਾਜਸਥਾਨ ਤੋਂ ਇੱਕ ਵੀਰ ਨਾਲ ਗੱਲ ਹੋਈ ਹੈ। ਤੋ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਇਹ ਜਿਹੜਾ ਹਿੰਦੀ ਦੀ ਕਲਾਸ ਹੈ ਇਹ ਆਪੋ ਆਪਣੇ ਗਰੁੱਪ ਵਿੱਚ ਤੁਸੀਂ ਇਹਨੂੰ ਸਰਕੂਲੇਟ ਕਰ ਦਿਓ ਕਿ ਇਹ ਕਲਾਸ ਜਿਹੜੀ ਸ਼ੁਰੂ ਹੋ ਰਹੀ ਹੈ, ਤੇ ਜਿੰਨੇ ਵੀ ਪ੍ਰੇਮੀ ਜਿਹੜੇ ਨੇ ਉਹ ਹਿੰਦੀ ਜੇ ਅੱਛਾ ਸਮਝਦੇ ਹੋਣ ਉਹ ਕਿਰਪਾ ਕਰਕੇ ਉਸ ਗਰੁੱਪ ਨੂੰ ਜੁਆਇਨ ਕਰਨ। ਤਾਂ ਮੇਰੀ ਬੇਨਤੀ ਤੁਹਾਡੇ ਪ੍ਰਤੀ ਇਹ ਹੈ ਸੰਗਤ ਜੀ ਕਿ ਤੁਸੀਂ ਆਪੋ ਆਪਣੇ ਗਰੁੱਪ 'ਚ ਜਾਂ ਜਿੱਥੇ ਤੁਹਾਡੇ ਕੰਟੈਕਟਸ ਨੇ, ਕਿਰਪਾ ਕਰਕੇ ਇਹ ਹਿੰਦੀ ਕਲਾਸ ਦਾ ਜਿਹੜਾ WhatsApp ਦਾ ਲਿੰਕ ਹੈ ਉਹ ਕਿਰਪਾ ਕਰਕੇ ਸਾਰੇ ਭੇਜੋ। ਇਹ ਮੇਰੀ ਬੇਨਤੀ ਪ੍ਰਵਾਨ ਕਰੋ। ਤਾਂ ਆਓ ਸੰਗਤ ਜੀ ਆਪਾਂ ਅਗਲਾ ਸਵਾਲ ਜਿਹੜਾ ਉਹ ਲੈਂਦੇ। ਅਗਲਾ ਸਵਾਲ ਜਿਹੜਾ ਹੈ ਉਹ ਸਾਡੇ ਜੇ ਮੈਂ ਕਹਾਂ ਸੱਭਿਆਚਾਰ ਨਾਲ ਸੰਬੰਧਿਤ ਹੈ ਤਾਂ ਉਹ ਵੀ ਠੀਕ ਹੋਏਗਾ, ਤੇ ਕਿਉਂਕਿ ਸੱਭਿਆਚਾਰ ਤੇ ਜਿਹੜਾ ਸਾਡਾ ਧਾਰਮਿਕ ਅਕੀਦਾ ਇਹ ਅਗਰ ਇਨ ਟਿਊਨ ਨਹੀਂ ਹੋਣਗੇ ਤੇ ਤਾਂ ਵੀ ਕੰਮ ਗੜਬੜ ਹੋਏਗਾ। ਸਾਡਾ ਸੱਭਿਆਚਾਰ ਉਹੀ ਹੋਣਾ ਚਾਹੀਦਾ ਜੋ ਸਾਡੀ ਗੁਰਬਾਣੀ, ਜੋ ਸਾਡਾ ਫੇਥ, ਸਾਡਾ ਮਜ਼ਹਬ ਸਾਨੂੰ ਅਲਾਉ ਕਰਦਾ, ਉਸ ਤੋਂ ਪਰੇ ਨਾ ਹੋਵੇ। ਤੇ ਇੱਕ ਸਵਾਲ ਸਾਡੇ ਕੋਲ ਆਇਆ ਹੈ, ਇਹ ਹੈ ਤੇ ਬੜਾ ਕਾਮਨ ਹੈ ਪਰ ਇਹ ਹੈ ਬੜਾ ਸੀਰੀਅਸ ਹੈ। ਕਿਉਂ ਸੀਰੀਅਸ ਹੈ ਆਪਾਂ ਵਿਚਾਰ ਕਰਦੇ ਹਾਂ ਪਤਾ ਲੱਗ ਜਾਏਗਾ। ਸਵਾਲ ਇਹ ਹੈ ਕਿ ਸਿੱਖੀ ਵਿੱਚ ਜਿਸ ਵੇਲੇ ਲਾੜਾ ਗਰੂਮ ਜਿਸ ਵੇਲੇ ਵਿਆਹਣ ਜਾਂਦਾ ਹੈ
ਤੇ ਉਹਨੇ ਸਿਹਰਾ ਲਾਇਆ ਹੁੰਦਾ ਹੈ ਆਮ ਤੌਰ ਤੇ ਇਹ ਸਵਾਲਕਰਤਾ ਨੇ ਪੁੱਛਿਆ ਵੀ ਆਇਆ ਕਿ ਇਹ ਸਿੱਖੀ ਵਿੱਚ ਜਾਇਜ਼ ਹੈ ਇਹ ਸਿਹਰਾ ਲਾਣਾ ਜਾਂ ਨਹੀਂ ਜਾਇਜ਼। ਮੈਂ ਵੀਰ ਹਰਜੀਤ ਸਿੰਘ ਜੀ ਬੇਨਤੀ ਕੀਤੀ ਹੈ ਕਿ ਉਹ ਆਪਣੇ ਤਜਰਬੇ ਦੇ ਅਨੁਸਾਰ ਔਰ ਰਹਿਤ ਮਰਿਆਦਾ ਕੀ ਕਹਿੰਦੀ ਹੈ ਇਸ ਬਾਰੇ ਕਿਰਪਾ ਕਰਕੇ ਸੰਗਤ ਨਾਲ ਇਹਨੂੰ ਸਾਂਝਾ ਕਰਨ ਦੀ ਵੀਰ ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਦੇ ਜੀਵਨ ਦਾ ਆਧਾਰ ਹਨ। ਸਿੱਖ ਨੇ ਆਪਣੇ ਜੀਵਨ ਦਾ ਜੋ ਨਿਰਵਾਹ ਹੈ, ਜਿਵੇਂ ਜੀਵਨ ਦੇ ਚਲਾਉਣਾ ਹੈ, ਉਹ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਮੁਤਾਬਕ ਚਲਾਉਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦੱਸੇ ਹੋਏ ਸਿਧਾਂਤਾਂ ਅਨੁਸਾਰ ਗੁਰੂ ਪੰਥ ਨੇ ਸਿੱਖ ਦੇ ਜੀਵਨ ਲਈ ਕੋਈ ਨਿਯਮ ਬਣਾਏ ਹਨ। ਉਹ ਨਿਯਮ ਦਾ ਸਿੱਖ ਰਹਿਤ ਮਰਿਆਦਾ ਦਾ ਨਾਮ ਦਿੱਤਾ ਗਿਆ ਹੈ, ਸਿੱਖ ਵੇ ਆਫ ਲਾਈਫ ਹੈ। ਔਰ ਇਹ ਗੁਰੂ ਪੰਥ ਨੇ ਆਪਣਾ ਅਧਿਕਾਰ ਖੇਤਰ ਇਸਤੇਮਾਲ ਕਰਕੇ ਇਹ ਸਿੱਖ ਰਹਿਤ ਮਰਿਆਦਾ ਬਣਾਈ ਹੈ। ਲਗਭਗ 14 ਸਾਲ ਦੀ ਲੰਬੀ ਮਿਹਨਤ ਦੇ ਬਾਅਦ ਇਹ ਸਿੱਖ ਰਹਿਤ ਮਰਿਆਦਾ ਪੰਥ ਦੀ ਝੋਲੀ ਵਿੱਚ ਪਾਈ ਗਈ, ਜਿਸ ਵਿੱਚ ਸਿੱਖ ਦੀ ਤਾਰੀਫ ਔਰ ਸਿੱਖ ਦੇ ਜੀਵਨ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ। ਪਹਿਲਾ ਸ਼ਖਸੀ ਰਹਿਣੀ ਤੇ ਦੂਜਾ ਪੰਥਕ ਰਹਿਣੀ। ਸ਼ਖਸੀ ਰਹਿਣੀ ਦੇ ਜੋ ਹਿੱਸੇ ਹਨ ਉਹ 'ਚ ਨਾਮ ਬਾਣੀ ਦਾ ਅਭਿਆਸ, ਜਿਹਨੂੰ ਗੁਰਮਤਿ ਦੀ ਰਹਿਣੀ ਅਸੀਂ ਆਖਦੇ ਹਾਂ। ਉਸ ਤੋਂ ਬਾਅਦ ਫਿਰ ਆਨੰਦ ਸੰਸਕਾਰ, ਫਿਰ ਮ੍ਰਿਤਕ ਸੰਸਕਾਰ, ਤੇ ਜਿਹੜਾ ਅਗਲਾ ਸੰਸਕਾਰ ਹੈ ਅੰਮ੍ਰਿਤ ਸੰਸਕਾਰ, ਉਹਨੂੰ ਪੰਥਕ ਰਹਿਣੀ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿੱਥੇ ਗੁਰੂ ਪੰਥ ਤੇ ਅੰਮ੍ਰਿਤ ਸੰਸਕਾਰ ਦਾ ਸਿਰਲੇਖ ਦਿੱਤਾ ਗਿਆ ਹੈ। ਜਨਮ ਤੇ ਨਾਮ ਸੰਸਕਾਰ ਵਿੱਚ ਘਰ ਬਾਲ ਦਾ ਜਨਮ ਹੋ ਜਾਏ, ਬੱਚੇ ਦਾ ਜਨਮ ਹੋ ਜਾਏ, ਸਿੱਖ ਨੇ ਕੀ ਕਰਨਾ ਹੈ। ਫੋਕੇ ਪਖੰਡ ਵਹਿਮ ਭਰਮ ਇਹ ਸਿੱਖੀ ਦੇ ਨਾਲ ਸੰਬੰਧ ਨਹੀਂ ਰੱਖਦੇ। ਉਹ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਘਰ 'ਚ ਬਾਲ ਦਾ ਜਨਮ ਹੋਇਆ ਤੇ ਅਸੀਂ ਕੀ ਕਰਨਾ ਹੈ, ਜੇ ਆਨੰਦ ਕਾਰਜ ਹੈ ਤੇ ਅਸੀਂ ਕੀ ਕਰਨਾ ਹੈ, ਜੇ ਮ੍ਰਿਤਕ ਘਰ 'ਚ ਕੋਈ ਮੌਤ ਹੋ ਗਈ ਹੈ ਤਾਂ ਫਿਰ ਸਾਨੂੰ ਕੀ ਕਰਨਾ ਹੈ। ਆਮ ਤੌਰ 'ਤੇ ਅਸੀਂ ਦੇਖਿਆ ਹੈ ਕਿ ਖਾਸ ਕਰਕੇ ਆਨੰਦ ਸੰਸਕਾਰ ਉੱਤੇ ਤੇ ਮ੍ਰਿਤਕ ਸੰਸਕਾਰ ਦੇ ਵਿੱਚ ਬਾਹਰੀ ਲੋਕਾਂ ਦਾ ਦਖਲ ਜ਼ਿਆਦਾ ਹੁੰਦਾ ਹੈ ਤੇ ਸਾਡੇ ਘਰਦਿਆਂ ਦੀ ਗੱਲਬਾਤ ਉੱਥੇ ਸੁਣੀ ਨਹੀਂ ਜਾਂਦੀ, ਜਾਂ ਕਹਿ ਲਈਏ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਸੰਸਕਾਰ ਕਿਸ ਤਰ੍ਹਾਂ ਨਿਭਾਉਣੇ ਹਨ। ਤੋ ਸਿੱਖ ਰਹਿਤ ਮਰਿਆਦਾ ਨੇ ਇਹ ਜਨਮ ਤੇ ਨਾਮ ਸੰਸਕਾਰ ਵੀ, ਆਨੰਦ ਸੰਸਕਾਰ ਵੀ, ਮ੍ਰਿਤਕ ਸੰਸਕਾਰ ਵੀ ਤੇ ਅੰਮ੍ਰਿਤ ਸੰਸਕਾਰ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਹੈ। ਤੋ ਜਿੱਥੇ ਅੱਜ ਦਾ ਸਵਾਲ ਹੈ ਇਹ ਆਨੰਦ ਸੰਸਕਾਰ ਨਾਲ ਸੰਬੰਧ ਰੱਖਦਾ ਹੈ, ਜਿੱਥੇ ਮੈਂ ਸਿਰਫ ਇਹਦਾ ਹੀ ਜਵਾਬ ਦੇਣਾ ਹੈ, ਉੱਥੇ ਮੈਂ ਥੋੜਾ ਜਿਹਾ ਹੋਰ ਵੀ ਵਿਸਥਾਰ ਕਰਦੇ ਹਾਂ ਕਿ ਰਹਿਤ ਮਰਿਆਦਾ ਵਿੱਚ ਆਨੰਦ ਸੰਸਕਾਰ ਦੇ ਸਿਰਲੇਖ ਹੇਠ ਜੋ ਮੱਧ ਹਨ। ਸਿੱਖ ਸਿੱਖਣੀ ਦਾ ਵਿਆਹ ਬਿਨਾਂ ਜਾਤ ਪਾਤ ਗੋਤ ਵਿਚਾਰ ਦੇ ਹੋਣਾ ਚਾਹੀਏ। ਪਹਿਲਾ ਗੱਲ, ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ। ਸਿੱਖ ਦਾ ਵਿਆਹ ਆਨੰਦ ਦੀ ਰੀਤੀ ਨਾਲ ਕਰਨਾ ਚਾਹੀਏ। ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਮਨਾ ਹੈ, ਵਿਵਰਜਿਤ ਹੈ। ਜਦ ਲੜਕੀ ਸਰੀਰ ਮਨ ਤੇ ਚਾਰ ਕਰਕੇ ਵਿਆਹੁਣ ਦੇ ਯੋਗ ਹੋ ਜਾਏ ਤਾਂ ਕਿਸੇ ਯੋਗ ਸਿੱਖ ਨਾਲ ਆਨੰਦ ਪੜ੍ਹਾਇਆ ਜਾਵੇ। ਆਨੰਦ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅਰਦਾਸਾ ਸੋਧ ਕੇ ਇੱਕ ਕਿਰਪਾਨ ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ। ਆਨੰਦ ਦਾ ਦਿਨ ਮੁਕਰਰ ਕਰਨ ਲੱਗਿਆ ਕੋਈ ਥਿੱਤ ਵਾਰ ਚੰਗੇ ਮੰਦੇ ਦਿਨ ਦੀ ਖੋਜ ਕਰਨ ਲਈ ਪੱਤਰੀ ਵਾਚਣਾ ਮਨਮਤ, ਇਹ ਮਨਮਤ ਹੈ। ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰਕੇ ਚੰਗਾ ਦਿਸੇ ਨਿਯਤ ਕਰ ਲੈਣਾ ਚਾਹੀਏ। ਇਸ ਤੋਂ ਬਾਅਦ ਅੱਜ ਦਾ ਜੋ ਸਵਾਲ ਹੈ ਉਹਦੇ ਨਾਲ ਸੰਬੰਧਿਤ ਮੱਧ ਹੈ ਕਿ ਸਿਹਰਾ, ਮੁਕਟ ਜਾਂ ਗਾਨਾ ਬੰਨਣਾ, ਪਿੱਤਰ ਪੂਜਣੇ, ਕੱਚੀ ਲੱਸੀ ਵਿੱਚ ਪੈਰ ਪਾਉਣੇ, ਬੇਰੀ ਜਾਂ ਜੰਡੀ ਵੱਢਣਾ, ਘੜੋਲੀਆਂ ਭਰਨੀਆਂ, ਰੁੱਸ ਕੇ ਜਾਣਾ, ਛੰਦ ਪੜ੍ਹਨੇ, ਹਵਨ ਕਰਨਾ, ਬੇਦੀ ਗੱਡਣੀ, ਵੇਸਵਾ ਦਾ ਨਾਚ, ਸ਼ਰਾਬ ਆਦਿ ਮਨਮਤ ਹੈ। ਮਨਮਤ ਦਾ ਅਰਥ ਹੁੰਦਾ ਆਪਣੀ ਮਰਜ਼ੀ, ਮਨ ਦੀ ਮੱਤ। ਇਹ ਗੁਰਮਤ ਨਹੀਂ। ਜਿੱਥੇ ਗੁਰਮਤ ਹੈ ਉੱਥੇ ਗੁਰੂ ਦੀ ਮੱਤ ਹੈ। ਇਹ ਕਾਰਜ ਜਿਹੜੇ ਫਿਰ ਦੁਹਰਾ ਰਿਹਾ ਹਾਂ, ਸਿਹਰਾ, ਮੁਕਟ ਜਾਂ ਗਾਨਾ ਬੰਨਣਾ, ਪਿੱਤਰ ਪੂਜਣੇ, ਕੱਚੀ ਲੱਸੀ ਵਿੱਚ ਪੈਰ ਪਾਉਣਾ, ਬੇਰੀ ਜਾਂ ਜੰਡੀ ਵੱਢਣੀ, ਘੜੋਲੀ ਭਰਨੀ, ਰੁੱਸ ਕੇ ਜਾਣਾ, ਛੰਦ ਪੜ੍ਹਨੇ, ਹਵਨ ਕਰਨਾ, ਬੇਦੀ ਗੱਡਣੀ, ਵੇਸਵਾ ਦਾ ਨਾਚ, ਸ਼ਰਾਬ ਆਦਿ ਮਨਮਤ ਹੈ। ਅਗਲੀ ਇਸ ਤੋਂ ਮੱਧ ਹੈ
जितने थोड़े आदमी लड़की वाला मंगावे उतने ही नाल लैके सहुरे घर जावे। दोही पासे गुरबाणी दे शब्द गाए जान ਅਤੇ ਫਤਿਹ ਗਜਾਈ ਜਾਵੇ। ਇਹ ਅਗਲਾ ਹੈ। ਇਸ ਤੋਂ ਬਾਅਦ ਆਨੰਦ ਕਾਰਜ ਦੀ ਮਰਿਆਦਾ ਸ਼ੁਰੂ ਹੋ ਜਾਂਦੀ ਵੀ ਅਸੀਂ ਕਿਵੇਂ ਕਰਨਾ ਹੈ। ਇਹ ਜਿਹੜੀਆਂ ਰੀਤਾਂ ਰਸਮਾਂ ਰਿਵਾਜਾਂ ਸਮਾਜ ਵਿੱਚ ਪ੍ਰਚਲਿਤ ਸਨ ਉਸ ਟਾਈਮ, ਉਸ ਵੇਲੇ ਪੰਥ ਨੇ ਉਹਦੇ ਬਾਰੇ ਨਿਰਣਾ ਕਰ ਦਿੱਤਾ। ਇਸ ਤੋਂ ਬਾਅਦ ਅੱਜ ਮੌਜੂਦਾ ਸਮੇਂ ਵਿੱਚ ਤਾਂ ਇਸ ਤੋਂ ਜ਼ਿਆਦਾ ਹੋਰ ਵੀ ਐਸੀਆਂ ਮਨਮਤਾਂ ਆ ਵੜੀਆਂ ਹਨ ਜਿਹੜੀਆਂ ਸਿੱਖੀ ਨਾਲ ਸੰਬੰਧ ਨਹੀਂ ਰੱਖਦੀਆਂ। ਤੋ ਜਿਵੇਂ ਜਾਗੋ ਕੱਢਣੀਆਂ ਜਾਂ ਹੋਰ ਜਿਹੜਾ ਇਹ 'ਚ ਦਰਜ ਨਹੀਂ ਹੈ, ਉਸ ਸਮੇਂ ਸ਼ਾਇਦ ਰਿਵਾਇਤ ਨਾ ਹੁੰਦੀ ਹੋਏਗੀ ਜਾਂ ਰਸਮ ਨਹੀਂ ਹੁੰਦੀ ਹੋਏਗੀ, ਜਿਸ ਕਰਕੇ ਇਹਦੇ 'ਚ ਦਰਜ ਨਾ ਰਹਿਤ ਮਰਿਆਦਾ ਵਿੱਚ ਦਰਜ ਨਾ ਹੋ ਸਕੀ। ਤਾਂ ਅਨੇਕਾਂ ਹੋਰ ਵੀ ਐਸੇ ਮਨਮਤਾਂ ਹਨ ਜੋ ਅੱਜ ਵੀ ਅਸੀਂ ਕਰਦੇ ਹਾਂ। ਤੋ ਆਨੰਦ ਕਾਰਜ ਬੜਾ ਇੱਕ ਅਹਿਮ ਸਬਜੈਕਟ ਹੈ। ਇਹ ਸਿੱਖ ਦੀ ਗ੍ਰਸਤੀ ਜੀਵਨ ਲਈ ਜਾਂ ਆਉਣ ਵਾਲੇ ਜੀਵਨ ਦੇ ਲਈ ਇੱਕ ਬੜਾ ਹੀ ਮਾਇਨੇ ਰੱਖਦਾ ਹੈ। ਇਹ ਆਨੰਦ ਦੇ ਵਿੱਚੋਂ ਆਨੰਦ ਤਾਂ ਹੀ ਆ ਸਕਦਾ ਜੇ ਅਸੀਂ ਇਹ ਕਾਰਜ ਗੁਰੂ ਦੇ ਪਰਨੇ ਰਹਿ ਕੇ ਕਰੀਏ, ਗੁਰੂ ਦੀ ਮੱਤ ਲੈ ਕੇ ਕਰੀਏ। ਤੇ ਜਿੱਥੇ ਗੁਰੂ ਦੀ ਮੱਤ ਹੈ ਉੱਥੇ ਆਨੰਦ ਹੈ, ਜਿੱਥੇ ਮਨ ਦੀ ਮੱਤ ਹੈ ਉੱਥੇ ਤੋੜ ਵਿਛੋੜ ਹੈ, ਉੱਥੇ ਆਪਸੀ ਝਗੜੇ ਕਲੇਸ਼ ਖੜੇ ਹੋ ਜਾਂਦੇ ਨੇ। ਇਸ ਵਾਸਤੇ ਜਦੋਂ ਗੁਰੂ ਦੀ ਮੱਤ ਦੀ ਗੱਲ ਆਵੇ ਜਾਂ ਕੋਈ ਸੰਸਕਾਰ ਕਰਨ ਦੀ ਗੱਲ ਆਵੇ ਤਾਂ ਸਾਨੂੰ ਸਭ ਤੋਂ ਪਹਿਲਾਂ ਗੁਰੂ ਦੀ ਮੱਤ ਵਾਲੇ ਗੁਰਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ। ਔਰ ਸਿੱਖ ਰਹਿਤ ਮਰਿਆਦਾ ਗੁਰਬਾਣੀ ਤੇ ਪੰਥਕ ਰਹਿਤਨਾਮੇ ਜੋ ਉਪਲਬਧ ਸਨ ਉਹਨਾਂ ਵਿੱਚੋਂ ਹੀ ਅਗਵਾਈ ਲੈ ਕੇ ਗੁਰੂ ਪੰਥ ਨੇ ਇਹ ਬਹੁਤ ਸੰਖੇਪ ਜਿਹਾ 32 ਪੇਜ ਦੇ ਟੋਟਲ, ਜਿਹਦੇ ਵਿੱਚ 8 ਪੇਜ ਤਾਂ ਇੰਟਰੋਡਕਸ਼ਨ ਦੇ ਹਨ ਔਰ 24 ਪੇਜ ਜਿਹੜੇ ਹੈ ਸਾਡੀ ਮਰਿਆਦਾ ਨਾਲ ਸੰਬੰਧਿਤ ਹਨ, ਉਹ ਸਾਰੇ ਉਹ 'ਚ ਚੀਜ਼ਾਂ ਦਰਜ ਕੀਤੀਆਂ ਹਨ। ਤਾਂ ਕੋਸ਼ਿਸ਼ ਕਰੀਏ ਆਪਾਂ ਗੁਰੂ ਦੀ ਮੱਤ ਲੈ ਕੇ ਜੋ ਮਰਿਆਦਾ ਸਾਡੀ ਬਣੀ ਹੋਈ ਹੈ, ਗੁਰਬਾਣੀ ਦੇ ਸਿਧਾਂਤ ਜੋ ਸਾਡੇ ਸਾਹਮਣੇ ਹਨ, ਇਤ ਮਾਰਗ ਚੱਲੇ ਭਾਈੜੇ ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਵ ਜੀਓ, ਇਉਂ ਪਾਵੇਂ ਹਰ ਦਰਸਾਵੜਾ ਨਾ ਲੱਗੇ ਤੱਤੀ ਵਾਵ ਜੀਓ। ਜੇ ਅਸੀਂ ਗੁਰੂ ਦੀ ਮੱਤ ਲੈ ਕੇ ਕਾਰਜ ਕਰਾਂਗੇ ਤਾਂ ਜ਼ਰੂਰ ਇਹਦੇ ਵਿੱਚੋਂ ਆਨੰਦ ਔਰ ਗ੍ਰਸਤੀ ਜੀਵਨ ਦੀ ਸਫਲਤਾ ਮਿਲੇਗੀ। ਗੁਰੂ ਅੱਗੇ ਬੇਨਤੀ ਅਰਦਾਸ ਦਾ ਇਹ ਕਰਨ ਲਈ ਇਹ ਦਿਨ ਮੁਕਰਰ ਕੀਤਾ ਜਾਂਦਾ ਹੈ। ਇਸ ਵਾਸਤੇ ਮਨ ਦੀ ਮੱਤ ਤਿਆਗ ਕੇ ਗੁਰੂ ਦੀ ਮੱਤ ਗ੍ਰਹਿਣ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਤ ਲੈਣੇ ਮੋਟੇ ਕੰਮ ਨੇ ਉਹਨਾਂ ਦੇ ਬਾਰੇ ਉਹਦੇ ਵਿੱਚ ਸਾਰੇ ਦਰਜ ਨੇ, ਪਰ ਅਸੀਂ ਉਹਨੂੰ ਰਹਿਤ ਮਰਿਆਦਾ ਨੂੰ ਬਹੁਤੀ ਅਹਿਮੀਅਤ ਨਹੀਂ ਦੇ ਰਹੇ। ਮੈਨੂੰ ਲੱਗਦਾ ਸਾਧ ਸੰਗਤ ਮੈਂ ਬੇਨਤੀ ਕਰਦੇ ਵੀ ਕਿਸੇ ਵੀ ਦੇਸ਼ ਦਾ ਕੋਈ ਵੀ ਕਿਸੇ ਵੇਲੇ ਕੋਈ ਮਸਲਾ ਹੁੰਦਾ ਸਾਹਮਣੇ ਆਉਂਦਾ, ਤੇ ਭਾਵੇਂ ਛੋਟਾ ਹੋਵੇ ਜਾਂ ਵੱਡਾ ਹੋਵੇ, ਕਿਸੇ ਦੇਸ਼ ਚਲੇ ਜਾਓ ਤਾਂ ਉਹਨੂੰ ਹੱਲ ਕਰਨ ਲਈ ਉਹਦਾ ਕੋਡੀਫਾਈਡ ਲਾਅ ਜਿਹੜਾ ਹੈ ਉਹਨੂੰ ਕੰਸਲਟ ਕੀਤਾ ਜਾਂਦਾ ਵੀ ਲਾਅ ਕੀ ਕਹਿੰਦਾ। ਤੇ ਹੁਣ ਜੇ ਕੋਈ ਬੰਦਾ ਮੇਰੇ ਨਾਲ ਕਹੇ ਜੀ ਮੈਂ ਤੇ ਲਾਅ ਪੜ੍ਹਿਆ ਨਹੀਂ ਹੋਇਆ, ਨਹੀਂ ਪੜ੍ਹਿਆ ਜਾਂ ਪੜ੍ਹਿਆ, ਇਹਦਾ ਕੋਈ ਬਹਾਨਾ ਨਹੀਂ ਹੈ। ਅਗਰ ਮੈਂ ਕੋਈ ਗਲਤੀ ਕੀਤੀ ਹੈ, ਅਗਰ ਉਸ ਲਾਅ ਦੇ ਅਗੇਂਸਟ ਹੈਗਾ ਤੇ ਮੇਰੇ ਤੇ ਐਕਸ਼ਨ ਆਏਗਾ। ਮੇਰਾ ਬਹਾਨਾ ਨਹੀਂ ਚੱਲ ਸਕਦਾ ਮੈਂ ਤੇ ਪੜ੍ਹਿਆ ਹੀ ਨਹੀਂ ਜੀ। ਤੇ ਇਸੇ ਤਰ੍ਹਾਂ ਮੈਂ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਮਰਿਆਦਾ ਹੈ ਅਸੀਂ ਸਮਝੀਏ ਕਿ ਸਾਡਾ ਕੋਡੀਫਾਈਡ ਲਾਅ ਹੈ ਫॉर द ਸਿੱਖਸ। ਇਸ ਕਰਕੇ ਅਸੀਂ ਜੋ ਵੀ ਕੰਮ ਕਰਨਾ ਹੈ ਉਹ ਇਹਦੇ ਤੋਂ ਬਾਹਰ ਨਹੀਂ ਕਰਨਾ। ਜਿਵੇਂ ਵੀਰ ਜੀ ਨੇ ਹੁਣ ਆਪਾਂ ਨੂੰ ਡਿਟੇਲ ਪੜ੍ਹ ਕੇ ਦੱਸੀ ਹੈ ਬਈ ਗਾਨਾ ਨਹੀਂ ਬਣਨਾ, ਮੁਕਟ ਨਹੀਂ ਲਾਣਾ, ਕਿੰਨੀਆਂ ਚੀਜ਼ਾਂ ਦੱਸੀਆਂ ਨੇ। ਤੇ ਜ਼ਰਾ ਆਪਣੇ ਅੰਦਰ ਆਪਾਂ ਝਾਤੀ ਮਾਰੀਏ ਵੀ ਸਾਡਿਆਂ ਘਰਾਂ 'ਚ ਕੋਈ ਚੀਜ਼ ਹੋ ਰਹੀ ਹੈ ਕਿ ਨਹੀਂ ਹੋ ਰਹੀ। ਐਂਡ ਮੈਨੂੰ ਬਿਲਕੁਲ ਇਹ ਯਕੀਨ ਹੈ ਵੀ ਜੇਕਰ ਆਪਾਂ ਝਾਤੀ ਮਾਰਾਂਗੇ ਸਾਡੇ 'ਚੋਂ ਬਹੁ ਗਿਣਤੀ ਦਿਆਂ ਘਰਾਂ ਵਿੱਚ ਇਹ ਜਿਹੜੇ ਕਰਮਕਾਂਡ ਵੀਰ ਜੀ ਨੇ ਰਹਿਤ ਮਰਿਆਦਾ 'ਚ ਪੜ੍ਹ ਕੇ ਸੁਣਾਏ ਨੇ ਉਹ ਸਾਡਿਆਂ ਘਰਾਂ 'ਚ ਹੋ ਰਹੇ। ਤੇ ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਅਸੀਂ ਖੁਦ ਜ਼ਿੰਮੇਵਾਰ ਹਾਂ। ਜੇ ਅਸੀਂ ਚਾਹੁੰਦੇ ਹਾਂ ਕਿ ਪੰਥ ਦੀ ਸੁਪਰੀਮੇਸੀ ਰਵੇ, ਸਾਡੀ ਸਾਰੀ ਕੌਮ ਜਿਹੜੀ ਇੱਕ ਰਵੇ, ਤੇ ਇਸ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਜਿਹੜਾ ਸਾਡੇ ਇਹ ਮਰਿਆਦਾ ਬਣੀ ਹੈ ਕਿ ਅਸੀਂ ਸਾਰੇ ਉਹਨੂੰ ਇਨ ਬਿਨ ਮੰਨੀਏ, ਤੇ ਫਿਰ ਸਾਡੀ ਕੌਮ ਦੀ ਏਕਤਾ ਹੋ ਸਕਦੀ। ਨਹੀਂ ਤੇ ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਇਹਦੇ 'ਚ ਇੱਕ ਕਾਰਨ ਹੋਰ ਵੀ ਹੈ ਸਾਧ ਸੰਗਤ ਜੀ ਕਿ ਜਿਹੜੀਆਂ ਸੁਪਰਸਟੀਸ਼ਨਸ ਹੁੰਦੀਆਂ ਜੋ ਆਪਾਂ ਭਰਮ ਜਾਂ ਵਹਿਮ ਕਰਮ ਕਾਂਡ ਕਹਿੰਦੇ, ਇਹ ਮੈਂ ਬੇਨਤੀ ਕਰਦਾ ਹੁੰਦਾ ਕਈ ਵਾਰ ਮੈਂ ਕਿਹਾ ਕਿ ਕਿਸੇ ਨੂੰ ਵਹਿਮ ਪਾਣਾ ਭਰਮ ਪਾਣਾ ਬੜਾ ਸੌਖਾ ਕੰਮ। ਮੈਂ ਹੁਣ ਤੁਹਾਨੂੰ ਕਹਿ ਦਿਆਂਗਾ ਜੀ ਮੰਗਲਵਾਰ ਇਹ ਕੰਮ ਨਹੀਂ ਕਰਨਾ, ਮੈਂ ਤੇ ਇਹਨਾਂ ਕਹਿ ਕੇ ਚਲਾ ਗਿਆ। ਉਸ ਤੋਂ ਬਾਅਦ ਜੇ ਮੈਂ ਵੀ ਮੁੜ ਕੇ ਤੁਹਾਨੂੰ ਸਮਝਾਉਣ ਦਾ ਯਤਨ ਕਰਾਂ ਬਈ ਨਹੀਂ ਜੀ ਮੈਂ ਤੇ ਤੁਹਾਨੂੰ ਖਿਮਾ ਕਰਨਾ ਵੈਸੇ ਹੀ ਕਿਹਾ ਸੀਗਾ, ਤੇ ਮੈਨੂੰ ਇਹ ਪੱਕਾ ਯਕੀਨ ਹੈ ਕਿ ਜਿੰਨੀ ਜਲਦੀ ਵਹਿਮ ਭਰਮ ਸਾਡੇ ਦਿਮਾਗ 'ਚ ਬੈਠਦਾ ਉਹਨੂੰ ਨਿਕਲਣਾ ਬੜਾ ਹੀ ਔਖਾ ਹੈ। ਔਰ ਬਹੁਤ ਸਾਰੀਆਂ ਇਹੋ ਜਿਹੀਆਂ ਕਾਰਵਾਈਆਂ ਨੇ ਜਿਹੜੀਆਂ ਆਪਾਂ ਵਿਆਹ ਸ਼ਾਦੀਆਂ ਜਾਂ ਹੋਰ ਮੌਕਿਆਂ ਤੇ ਕਰਦੇ ਹਾਂ, ਜਿਨ੍ਹਾਂ ਦਾ ਸਾਨੂੰ ਪਤਾ ਵੀ ਹੁੰਦਾ ਵੀ ਇਹਦਾ ਕੋਈ ਲੈਣ ਦੇਣ ਨਹੀਂ ਹੈ,
ਪਰ ਫਿਰ ਵੀ ਅਸੀਂ ਕਰਦੇ ਕਿਉਂ? ਮਜਬੂਰੀ ਹੈ, ਨਹੀਂ ਜੀ ਚੱਲਦਾ ਹੈ ਜੀ, ਇਹ ਬਜ਼ੁਰਗ ਕਰਦੇ ਸਨ ਜੀ, ਫਲਾਣਾ ਕਰਦਾ ਸੀ। ਉਹ ਅਸਲ 'ਚ ਗੱਲ ਇਹ ਕਿ ਮਨ 'ਚ ਕੋਈ ਵਹਿਮ ਬੈਠਾ ਹੈ ਵੀ ਜੇ ਮੈਂ ਸਿਹਰਾ ਨਾ ਲਾਇਆ ਤੇ ਪਤਾ ਨਹੀਂ ਕਿਹੜਾ ਪਟਾਕਾ ਪੈ ਜਾਏ। ਹਾਲਾਂਕਿ ਤੁਸੀਂ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਹੜੇ ਨਹੀਂ ਲਾਉਂਦੇ। ਇਹ ਤੇ ਸਾਡੇ 'ਚ ਹੀ ਬਹੁਤਾ ਖਲਜਗਣ ਹੈ, ਨਹੀਂ ਤੇ ਜਿੰਨੇ ਵੀ ਡਿਵੈਲਪ ਕੰਟਰੀਜ਼ ਨੇ ਜਾਂ ਆਪਾਂ ਹੁਣ ਜਿੱਥੇ ਰਹਿ ਰਹੇ ਹਾਂ, ਇਹਨਾਂ ਦੀ ਜਿਹੜੀਆਂ ਕੌਮਾਂ ਨੇ ਉਹ ਤੇ ਸਿਹਰੇ ਨਹੀਂ ਲਾਉਂਦੇ, ਮੁਕਤ ਨਹੀਂ ਲਿਆਂਦੇ, ਤੇ ਕਿਆ ਉਹਨਾਂ ਦਾ ਮਤਲਬ ਹੈ ਵੀ ਜ਼ਿੰਦਗੀ ਚੱਲ ਨਹੀਂ ਰਹੀ ਹੈ? ਤਾਂ ਮੇਰਾ ਮਤਲਬ ਕਹਿੰਦਾ ਹੈ ਕਿ ਜਿਹੜੇ ਵਹਿਮ ਭਰਮ ਨੇ ਨਾ, ਇਹ ਸਾਡੇ ਅੰਦਰ ਘਰ ਬੈਠੇ ਨੇ। ਔਰ ਖਾਸ ਕਰਕੇ ਜੇ ਵੀਰ ਜੀ ਨੇ ਵੀ ਦੱਸਿਆ, ਰਜੀਤ ਸਿੰਘ ਜੀ ਨੇ, ਵੀ 2 ਮੌਕੇ ਹੁੰਦੇ ਨੇ, ਇੱਕ ਵਿਆਹ ਦਾ ਤੇ ਇੱਕ ਜਿਸ ਵੇਲੇ ਕੋਈ ਚੜ੍ਹਾਈ ਕਰ ਜਾਏ। ਉਸ ਵੇਲੇ ਘਰਦਿਆਂ ਦੀ ਮੱਤ ਬਿਲਕੁਲ ਹੀ ਮਾਰੀ ਜਾਂਦੀ ਹੈ, ਕਿਉਂਕਿ ਜੋ ਸੁਜੈਸ਼ਨ ਦੇਣ ਵਾਲੇ ਹੁੰਦੇ ਨੇ ਉਹੀ ਕਰੀ ਜਾਂਦੇ ਨੇ। ਮੈਨੂੰ ਇੱਕ ਗੱਲ ਯਾਦ ਹੈ, ਖਿਮਾ ਕਰਨਾ ਸਮਾਂ ਲੈ ਰਹੇ ਹਾਂ, ਕਿ ਸਾਡੇ ਇੱਕ ਮਿਲਣ ਵਾਲੇ ਉੱਥੇ, ਮੈਂ ਪੰਜਾਬ ਦੀ ਗੱਲ ਕਰ ਰਿਹਾ ਆਪਣੇ ਬੈਕ ਹੋਮ, ਉਹਨਾਂ ਦੇ ਬਜ਼ੁਰਗ ਚੜ੍ਹਾਈ ਕਰ ਗਏ ਤੇ ਮਤਲਬ ਹੈ ਵੀ ਜਿਸ ਵੇਲੇ ਉਹਨਾਂ ਦਾ ਅੰਗੀਠਾ ਸਾਹਮਣਾ ਸੀ ਅਗਲੇ ਦਿਨ, ਮੈਂ ਵੀ ਨਾਲ ਸੀ। ਤੇ ਜਾਂਦੇ ਹੀ ਜਿਹੜੇ ਉੱਥੇ ਬੈਠੇ ਹੁੰਦੇ ਨੇ, ਜਿਹੜੇ ਉੱਥੇ ਕੰਮ ਕਾਰ ਕਰਦੇ ਨੇ, ਜਿਹਨੂੰ ਆਪਾਂ ਇੰਚਾਰਜ ਕਹਿੰਦੇ ਜਾਂ ਆਪਾਂ ਪੰਡਿਤ ਜੀ ਕਹਿ ਲਈਏ, ਉਹਨੇ ਆਉਂਦੇ ਹੀ ਹੱਥ 'ਚ ਉਹ ਫੌੜੀ ਜੀ ਫੜੀ, ਆਓ ਜੀ ਕਰੋ ਜੀ, ਇਹ ਕਰੋ ਜੀ, ਇੱਥੇ ਧੂਪ ਜਗਾਓ ਜੀ, ਇੱਥੇ ਇਹ ਕਰੋ ਜੀ। ਮੈਂ ਉਹ ਜਿਹੜੇ ਸਿੰਘ ਸਨ ਉਹਨਾਂ ਨੂੰ ਮੈਂ ਉਹਦੇ ਬੁਲਾ ਕੇ ਕਿਹਾ, ਮੈਂ ਕਿਹਾ ਵੀ ਗੱਲ ਇਹ ਆ ਵੀ ਇਹ ਸਾਰੀਆਂ ਚੀਜ਼ਾਂ ਸਾਡੀ ਮਰਿਆਦਾ 'ਚ ਨਹੀਂ ਹੈਗੀ, ਵੀ ਇਹ ਜੋ ਕਹਿ ਰਹੇ ਵੀ ਇੰਝ ਕਰ ਲਓ ਜੀ, ਉਂਝ ਕਰ ਲਓ ਜੀ। ਤੇ ਉਹ ਕਹਿੰਦੇ ਕਿ ਅੱਛਾ। ਉਹਨੇ ਉਸਨੇ ਕਹਿੰਦਾ ਨਹੀਂ ਨਹੀਂ ਜੀ ਕੋਈ ਨਹੀਂ ਕਰਨਾ। ਉਹ ਵਿਚਾਰਾ ਉੱਠ ਕੇ ਚਲਾ ਗਿਆ। ਮਤਲਬ ਇਹ ਹੈ ਕਿ ਸਾਨੂੰ ਪਤਾ ਵੀ ਨਹੀਂ, ਜੇ ਪਤਾ ਹੋਵੇ ਤੇ ਅਸੀਂ ਦੱਸਣਾ ਨਹੀਂ ਚਾਹੁੰਦੇ। ਤਾਂ ਲੋੜ ਹੈ ਕਿ ਸਾਡੀ ਜਿਹੜੀ ਮਰਿਆਦਾ ਹੈ ਇਹਨੂੰ ਪ੍ਰਚਾਰਨ ਦੀ ਲੋੜ ਹੈ। ਹਰੇਕ ਘਰ ਵਿੱਚ ਸਿੱਖ ਰਹਿਤ ਮਰਿਆਦਾ ਹੋਣੀ ਚਾਹੀਦੀ ਹੈ। ਔਰ ਛੋਟਾ ਜਿਹਾ ਪੈਂਫਲੇਟ ਹੈ ਸਿੱਖ ਰਹਿਤ ਮਰਿਆਦਾ, 1 ਘੰਟੇ 'ਚ ਪੜ੍ਹਿਆ ਜਾ ਸਕਦਾ। ਪਰ ਮੈਨੂੰ ਯਕੀਨ ਹੈ ਕਿ ਸਾਡੇ ਬਹੁਤ ਗਿਣਤੀ ਜਿਹੜੀ ਹੈ ਉਹਨਾਂ ਸਿੱਖ ਘਰਾਂ ਵਿੱਚ ਨਾ ਤਾਂ ਸਿੱਖ ਰਹਿਤ ਮਰਿਆਦਾ ਹੋਣੀ ਹੈ, ਤੇ ਜੇ ਹੋਣੀ ਹੈ ਤਾਂ ਬਹੁਤਿਆਂ ਨੇ ਮੇਰੇ ਵਰਗੇ ਨੇ ਪੜ੍ਹੀ ਨਹੀਂ ਹੋਣੀ। ਤਾਂ ਆਓ ਆਪਾਂ ਇੱਕ ਤਹਈਆ ਤੇ ਜ਼ਰੂਰ ਕਰੀਏ ਕਿ ਜੇ ਸਾਡੇ ਘਰ ਵਿੱਚ ਸਿੱਖ ਰਹਿਤ ਮਰਿਆਦਾ ਨਹੀਂ ਹੈ ਜਾਂ ਸਿੱਖ ਰਹਿਤ ਮਰਿਆਦਾ ਪੜ੍ਹੀ ਨਹੀਂ ਹੈ, ਤਾਂ ਉਹ ਅਸੀਂ ਆਪਣੇ ਘਰ 'ਚ ਰੱਖੀਏ ਵੀ, ਤੇ ਇੱਕ ਵਾਰੀ ਜ਼ਰੂਰ ਉਹਨੂੰ ਪੜ੍ਹੀਏ। ਕਿਉਂਕਿ ਪੜ੍ਹੀ ਹੋਏਗੀ ਨਾ, ਤੇ ਜਿਸ ਵੇਲੇ ਕੋਈ ਮੌਕਾ ਆਏਗਾ ਉਹ ਚੀਜ਼ ਯਾਦ ਆ ਜਾਏਗੀ, ਸਟ੍ਰਾਈਕ ਕਰੇਗੀ, ਅਸੀਂ ਦੇਖਾਂਗੇ। ਤੇ ਜੇ ਸਿੱਖ ਰਹਿਤ ਮਰਿਆਦਾ ਹੁਣ ਤਾਂ ਕੰਮ ਹੀ ਬੜਾ ਆਸਾਨ ਹੈ, ਤੁਹਾਨੂੰ sikhbook.com ਤੇ ਮਿਲ ਸਕਦੀ ਹੈ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਵੈਬਸਾਈਟ ਹੈ ਉਹਦੇ ਤੇ ਹੈ। ਹੋਰ ਕਈ ਸਾਈਟਾਂ ਨੇ ਜਿੱਥੇ ਤੁਹਾਨੂੰ ਸਿੱਖ ਰਹਿਤ ਮਰਿਆਦਾ ਪੰਜਾਬੀ 'ਚ ਮਿਲ ਜਾਂਦੀ ਹੈ, ਇੰਗਲਿਸ਼ 'ਚ ਮਿਲ ਜਾਂਦੀ। ਮੇਰੀ ਬੇਨਤੀ ਹੈ ਕਿ ਹਰੇਕ ਸਿੱਖ ਘਰ ਵਿੱਚ ਸਿੱਖ ਰਹਿਤ ਮਰਿਆਦਾ ਜਿਹੜੀ ਹੋਣੀ ਉਹ ਜ਼ਰੂਰੀ। ਤਾਂ ਸੰਗਤ ਜੀ, ਇੱਕ ਸਵਾਲ ਸਾਡੇ ਕੋਲ ਕੁਝ ਪਹਿਲੇ ਆਇਆ ਸੀਗਾ, ਥੋੜਾ ਲੇਟ ਵੀ ਹੋ ਗਿਆ। ਤੇ ਉਹਦਾ ਕਾਰਨ ਇਹ ਵੀ ਹੈ ਕਿ ਕਿਸੇ ਨੇ ਪੁੱਛਿਆ ਸੀ 5 ਤੱਤ ਜਿਹੜੇ ਨੇ ਇਹ ਕੀ ਹੁੰਦੇ ਨੇ। ਤੇ ਉਹ ਥੋੜਾ ਲੇਟ ਇਸ ਕਰਕੇ ਹੋ ਗਿਆ ਕਿਉਂਕਿ ਇਹ ਕਾਫੀ ਦੇਰ ਪਹਿਲੇ ਇਹ ਸਵਾਲ ਜਿਹੜਾ ਇੱਕ ਵਾਰੀ ਡਿਸਕਸ ਹੋਇਆ ਸੀ। ਪਰ ਫਿਰ ਵੀ ਕਿਉਂਕਿ ਪੁੱਛਣ ਵਾਲਿਆਂ ਨੇ ਪੁੱਛਿਆ, ਤੇ ਜਿਹਨਾਂ ਪੁੱਛਿਆ ਉਹ ਰੈਗੂਲਰ ਅਟੈਂਡਿੰਗ ਇੱਥੇ ਹਰ ਰੋਜ਼ ਆਉਂਦੇ ਨੇ, ਤੇ ਚਲੋ ਅਸੀਂ ਸੋਚਿਆ ਵੀ ਇਹ ਦੁਬਾਰਾ ਇਹਨੂੰ ਕਰ ਦਿੰਦੇ। ਤੇ 5 ਤੱਤਾਂ ਵਾਲਾ ਜਿਹੜਾ ਸਵਾਲ ਹੈ ਕੋਈ ਔਖਾ ਸਵਾਲ ਨਹੀਂ ਹੈ ਜੀ। ਆਪਾਂ ਸਾਰਿਆਂ ਨੂੰ ਪਤਾ ਹੈ ਕਿ 5 ਤੱਤ ਕਿਹੜੇ ਨੇ। ਉਹ ਹੈਗੇ ਜੀ ਹਵਾ, ਪਾਣੀ, ਮਿੱਟੀ, ਅੱਗ ਤੇ ਆਕਾਸ਼, ਭਾਵ ਸਪੇਸ। ਤੋ ਇਹ ਜਿਹੜੇ 5 ਤੱਤ ਨੇ, ਇਹਨਾਂ 5 ਤੱਤਾਂ ਦਾ ਮਿਲ ਕੇ ਸਾਡਾ ਸਰੀਰ ਬਣਦਾ ਹੈ। ਔਰ ਗੁਰਬਾਣੀ 'ਚ ਵੀ ਇਹਦਾ ਜ਼ਿਕਰ ਹੈ ਕਿ 5 ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ, ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇਂ, ਇੱਕ ਮਨਮੁਖ ਕਰੈ ਸਿਰੋ। ਕਿ 5 ਤੱਤ ਨੇ। ਅਗਰ ਕੋਈ ਕਲੇਮ ਕਰਦਾ ਵੀ 6ਵਾਂ ਤੱਤ ਹੈ, ਤੇ ਗੁਰਬਾਣੀ ਕਹਿੰਦੀ ਉਹਨੂੰ ਵੀ ਕਰਕੇ ਵਿਖਾ। 6ਵਾਂ ਤੱਤ ਕੋਈ ਨਹੀਂ ਹੈ। ਸ਼ਾਇਦ ਮੈਂ ਭੁੱਲਦਾ ਨਾ ਹੋਏ ਤੇ ਕਿਤੇ ਇੱਕ ਗੱਲ ਆਈ ਵੀ ਸੀ ਜਿੱਥੇ ਕਿਸੇ ਨੇ ਇਹ ਦੱਸਿਆ ਸੀ ਵੀ ਫਲਾਣਾ ਫਲਾਣੀ ਜਿਹੜੇ ਨੇ ਕੋਈ ਖਾਸ ਕੌਮ ਹੈ ਜੋ 6ਵੇਂ ਤੱਤ ਦੀ ਗੱਲ ਕਰਦੇ ਨੇ। ਪਰ ਖੈਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣਾ ਆਦਰਸ਼ ਮੰਨਿਆ, ਔਰ ਹੈ ਵੀ ਇਹੀ ਹੈ ਕਿ 5 ਤੱਤਾਂ ਦਾ ਇਹ ਜਿਹੜਾ ਸਰੀਰ ਹੈ ਉਹ ਬਣਿਆ। ਔਰ ਇਹ ਜਿਹੜੇ 5 ਤੱਤ ਨੇ, ਲੋੜ ਹੈਗੀ ਸਾਧ ਸੰਗਤ ਜੀ, ਜਿਹੜੇ 5 ਤੱਤ, ਚਲੋ ਮੈਨੂੰ ਵੀ ਪਤਾ, ਸਾਰਿਆਂ ਨੂੰ ਪਤਾ ਨੇ 5 ਤੱਤ ਹੈਗੇ ਨੇ, ਪਰ ਇਹ ਜਿਹੜੇ 5 ਤੱਤ ਨੇ ਸਾਨੂੰ ਲੋੜ ਹੈ ਕਿ ਇਹਦੀ ਮਹਿਸੂਸ ਕਰੀਏ ਕਿ 5 ਤੱਤ ਹੈ ਕੀ। ਤੇ ਮੈਂ ਸੰਖੇਪ ਵਿੱਚ ਜਿਹੜੇ ਸਾਡੇ ਕੋਲ 2-4-5 ਮਿੰਟ ਹੈਗੇ ਨੇ, ਮੈਂ ਬੇਨਤੀ ਕਰਾਂਗਾ ਵੀ ਜੇ ਆਪਾਂ ਹਵਾ ਤੋਂ ਸ਼ੁਰੂ ਕਰਦੇ ਹਾਂ, ਤੇ ਤੁਸੀਂ ਦੇਖੋ ਹਵਾ ਜਿਹੜੀ ਹੈ ਇਹ ਸਾਡੀ ਜੀਵਨ ਰੋਹ, ਸਭ ਤੋਂ ਇੰਪੋਰਟੈਂਟ ਹਵਾ। ਬੰਦਾ ਪਾਣੀ ਬਗੈਰ ਵੀ ਕੁਝ ਦਿਨ ਰਹਿ ਸਕਦਾ, ਤੇ ਰੋਟੀ ਬਗੈਰ ਵੀ ਕੁਝ ਦਿਨ ਰਹਿ ਸਕਦਾ, ਤੇ ਕੱਪੜਿਆਂ ਦੇ ਵੀ ਅੱਗੇ ਪਿੱਛੇ ਕਰ ਸਕਦਾ, ਪਰੰਤੂ ਹਵਾ ਜਿਹੜੀ ਹੈ ਇਹ ਅਗਰ ਸਾਡੀ ਬੰਦ ਹੋ ਜਾਏ, ਸਾਹ ਲੈਣੇ ਬੰਦ ਹੋ ਜਾਣ, ਤੇ ਉਸ ਵੇਲੇ ਸਾਡੀ ਛੁੱਟੀ ਹੋ ਜਾਂਦੀ। ਸੋ ਇਸ ਕਰਕੇ ਹਵਾ ਪਹਿਲਾ ਤੱਤ ਹੈ, ਤੇ ਇਹਦਾ ਅਸਰ ਸਾਡੇ ਤੇ ਹੈ ਕਿ ਜਿਸ ਤਰ੍ਹਾਂ ਹਵਾ ਬਗੈਰ ਕੋਈ ਜੀਵਨ ਨਹੀਂ ਹੈ, ਇਹ ਮਨੁੱਖ ਤੇਰਾ ਵੀ ਸਮਾਜ ਤੋਂ ਬਗੈਰ ਕੋਈ ਜੀਵਨ ਨਹੀਂ। ਭਾਵ ਇਹ ਹੈ ਕਿ ਤੂੰ ਸਮਾਜ ਦਾ ਐਸਾ ਅੰਗ ਬਣ ਜਾ ਕਿ ਤੇਰੇ
ਬਗੈਰ ਸਮਾਜ ਦਾ ਗੁਜ਼ਾਰਾ ਨਹੀਂ। ਹਾਲਾਂਕਿ ਗੱਲ ਤੁਹਾਨੂੰ ਸ਼ਾਇਦ ਅਦਭੁਤ ਵੀ ਲੱਗੇ, ਪਰ ਮੈਂ ਕਹਿਣੀ ਕਿਸੇ ਮੇਰੀ ਮਨਸ਼ਾ ਕਹਿਣ ਤੋਂ ਇਹ ਹੈ ਕਿ ਅਸੀਂ ਆਪਣਾ ਜੀਵਨ ਐਡਾ ਵਧੀਆ ਬਣਾਈਏ ਕਿ ਸਾਨੂੰ ਸਮਾਜ ਅਪਣਾ ਲਵੇ। ਜਿਵੇਂ ਸਾਡਾ ਹਵਾ ਬਗੈਰ ਗੁਜ਼ਾਰਾ ਨਹੀਂ ਤੇ ਸਾਡਾ ਸਮਾਜ ਬਗੈਰ ਗੁਜ਼ਾਰਾ ਨਹੀਂ, ਤੇ ਅਸੀਂ ਆਪਣੇ ਆਪ ਨੂੰ ਇੰਨਾ ਕੁ ਚੰਗਾ ਬਣਾਈਏ ਕਿ ਸਮਾਜ ਵਿੱਚ ਅਸੀਂ ਐਕਸੈਪਟਡ ਹੋਈਏ। ਚਲੋ ਦੂਸਰਾ ਜਿਹੜਾ ਤੱਤ ਹੈ ਉਹ ਹੈ ਜੀ ਪਾਣੀ। ਹੁਣ ਦੇਖੋ ਪਾਣੀ ਬਗੈਰ ਤਾਂ ਕੋਈ ਚੀਜ਼ ਨਹੀਂ, ਜਿੰਨੀ ਬਨਸਪਤੀ ਹੈ, ਜਿੰਨੇ ਮਨੁੱਖ, ਜੀਵ ਜੰਤੂ, ਆਪਾਂ ਜੋ ਵੀ ਹੈਗੇ ਆ, ਇਹਨਾਂ ਸਾਰਿਆਂ ਦਾ ਪਾਣੀ ਆਸਰਾ ਹੈ। ਤੋ ਗੁਰਬਾਣੀ ਚ ਆਉਂਦਾ ਪਹਿਲਾਂ ਪਾਣੀ ਜੀਵ ਹੈ, ਜੇ ਤਰਿਆ ਸਭ ਕੋਈ। ਪਾਣੀ ਬਗੈਰ ਤਾਂ ਕੋਈ ਗੱਲ ਬਣਦੀ ਨਹੀਂ। ਤੇ ਇਸ ਕਰਕੇ ਜਿਸ ਤਰ੍ਹਾਂ ਪਾਣੀ ਜਿਹੜਾ ਹੈ ਉਹ ਸਾਰਿਆਂ ਦੀ ਜੀਵਨ ਰੋਹ ਹੈ, ਉਹਦੇ ਬਗੈਰ ਕਿਸੇ ਦਾ ਗੁਜ਼ਾਰਾ ਨਹੀਂ। ਜਿਵੇਂ ਹੁਣੇ ਹਵਾ ਬਾਰੇ ਗੱਲ ਕੀਤੀ ਹੈ, ਇਸੇ ਤਰ੍ਹਾਂ ਸਾਡਾ ਪਾਣੀ ਵਰਗਾ ਸੁਭਾਅ ਹੋਣਾ ਚਾਹੀਦਾ। ਪਾਣੀ ਦਾ ਸੁਭਾਅ ਦੀ ਜਿਸ ਵੇਲੇ ਗੱਲ ਹੁੰਦੀ ਹੈ, ਇੱਕ ਗੱਲ ਨੋਟ ਕਰਨ ਵਾਲੀ ਹੈ ਸਾਨੂੰ ਮਨੁੱਖਾਂ ਨੂੰ, ਕਿ ਪਾਣੀ ਹਮੇਸ਼ਾ ਨਿਵਾਣ ਵੱਲ ਚੱਲਦਾ। ਇਹ ਉਹਦਾ ਖਸਲਤ ਹੈ। ਤੇ ਆਇਆ ਇਹ ਮਨੁੱਖ ਤੇਰੇ ਅੰਦਰ, ਕਿਉਂਕਿ ਪਾਣੀ ਮਹਾਰਾਜ ਨੇ ਭਰਿਆ, ਤੇ ਪਾਣੀ ਵਾਲਾ ਸੁਭਾਅ ਤੇਰਾ ਹੋਣਾ ਚਾਹੀਦਾ ਹੈ ਕਿ ਤੇਰੇ 'ਚ ਹਮੇਸ਼ਾ ਨਿਮਰਤਾ ਹੋਵੇ, ਤੇਰੇ 'ਚ ਈਗੋ ਨਾ ਹੋਵੇ, ਆਕੜ ਨਾ ਹੋਵੇ। ਅੱਜ ਸੰਸਾਰ ਦੇ ਕਲੇਸ਼ ਦਾ ਬਹੁਤੀ ਜੜ ਜਿਹੜੀ ਹੈ ਉਹ ਈਗੋ ਤੇ ਆਕੜ ਹੈ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਕਿ ਚਾਹੇ ਸਾਡੇ ਘਰ ਹੋਣ, ਚਾਹੇ ਸਾਡਾ ਕੋਈ ਪਰਿਵਾਰ ਹੋਵੇ, ਚਾਹੇ ਸਾਡਾ ਮੁਹੱਲਾ ਹੋਵੇ, ਚਾਹੇ ਸਾਡੀ ਕੋਈ ਸੁਸਾਇਟੀ ਹੋਵੇ, ਉਹਦੇ 'ਚ ਦੁਫੇੜ ਪੈਂਦੀ ਉਸ ਵੇਲੇ ਹੈ ਜਿਸ ਵੇਲੇ ਮੈਂ ਕਹਿੰਦਾ ਮੇਰੀ ਚੱਲਣੀ ਚਾਹੀਦੀ ਹੈ, ਇਹ ਜਿਸ ਵੇਲੇ ਮੈਂ ਆ ਜਾਂਦੀ, ਈਗੋ ਆ ਜਾਂਦੀ ਹੈ। ਪਰੰਤੂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਅੰਦਰ ਇੱਕ ਜੀਵਨ ਦਾ ਤੱਤ ਪਾਣੀ ਹੈ। ਅਸੀਂ ਪਾਣੀ ਦਾ ਸੁਭਾਅ ਜਿਹੜਾ ਉਹ ਲੈਣਾ ਹੈ। ਤੀਸਰਾ ਤੱਤ ਹੈ ਜੀ ਅੱਗ। ਮੈਂ ਸੰਖੇਪ ਵਿੱਚ ਦੱਸ ਰਿਹਾ ਜੀ। ਹੁਣ ਅੱਗ ਜਿਹੜੀ ਹੈ ਉਹਦੀ ਕਈ ਫਾਇਦੇ ਨੇ ਅੱਗ ਦੇ। ਦੇਖੋ ਅੱਗ ਤੋਂ ਬਗੈਰ ਸਾਡਾ ਭੋਜਨ ਨਹੀਂ ਬਣਦਾ। ਜੇ ਜੀਵਨ, ਅੱਗ ਵੀ ਕਈ ਤਰ੍ਹਾਂ ਦੀ ਹੈ। ਸਾਡੇ ਅੰਦਰ ਵੀ ਅਗਨੀ ਹੈ। ਜੇ ਸਾਡੀ ਅਗਨੀ ਘਟ ਜਾਏ, ਉਹ ਬੀਪੀ ਡਾਊਨ ਹੋ ਜਾਂਦਾ ਨਾ। ਜੇ ਅਗਨੀ ਘਟ ਜਾਏ ਤਾਂ ਫਿਰ ਕੀ ਹੁੰਦਾ ਜੀ, ਬੰਦਾ ਖਤਮ ਵੀ ਹੋ ਸਕਦਾ। ਸੋ ਇਹ ਅਗਨੀ ਦਾ ਇੱਕ ਖਾਸ ਲੈਵਲ ਹੈ, ਉੱਥੇ ਇਹਨੂੰ ਰਹਿਣਾ ਹੋਵੇ ਤਾਂ ਸਾਡਾ ਜੀਵਨ ਚੱਲਦਾ, ਵਰਨਾ ਸਾਡਾ ਜੀਵਨ ਹੀ ਖਤਮ ਹੋ ਜਾਂਦਾ। ਪਰੰਤੂ ਅੱਗ ਦਾ ਇੱਕ ਹੋਰ ਬੜਾ ਵੱਡਾ ਗੁਣ ਹੈ ਕਿ ਅੱਗ ਵਿੱਚ ਜਿਹੜੀ ਚੀਜ਼ ਪੈਂਦੀ ਹੈ ਨਾ, ਜਿੰਨੀ ਮਰਜ਼ੀ ਗੰਦਗੀ ਵੀ ਪੈ ਜਾਏ, ਅੱਗ ਉਹਨੂੰ ਸਾੜ ਕੇ ਦਿੰਦੀ। ਤਾਂ ਇਹਦਾ ਮਤਲਬ ਇਹ ਹੋਇਆ ਕਿ ਇਹ ਅੱਗ ਦਾ ਇੱਕ ਬੜਾ ਵੱਡਾ ਗੁਣ ਹੈ ਕਿ ਉਹ ਹਰੇਕ ਗੰਦ ਨੂੰ ਸਾੜ ਦਿੰਦੀ। ਸਾਡੇ ਵਿੱਚ ਇਹ ਗੁਣ ਹੋਣਾ ਚਾਹੀਦਾ। ਇਹ ਜਿਹੜਾ ਅੱਗ, ਕਿਉਂਕਿ ਸਾਡੇ ਵਿੱਚ ਹੈਗੀ, ਅੱਗ ਵਾਲਾ ਗੁਣ ਹੋਣਾ ਚਾਹੀਦਾ ਕਿ ਅਸੀਂ ਹਰੇਕ ਦੀ ਕੋਈ ਕਮੀ ਜਿਹੜੀ ਹੈ ਉਹਨੂੰ ਸਾੜ ਦਈਏ। ਪਰ ਸਾਡਾ ਸੁਭਾਅ ਬਿਲਕੁਲ ਉਲਟ ਹੈ। ਅਸੀਂ ਦੇਖਦੇ ਹਾਂ ਵੀ ਹਾਂ ਫਲਾਣੇ 'ਚ ਕੀ ਨੁਕਸ ਹੈ, ਅਸੀਂ ਉਹਨੂੰ ਪਾੜ ਕੇ ਵੱਡਾ ਕਰਕੇ ਦਿਖਾਉਂਦੇ, ਉਸ 'ਤੇ ਪਰਦਾ ਨਹੀਂ ਪਾਉਂਦੇ। ਜਦ ਕਿ ਅੱਗ ਵਾਲਾ ਸੁਭਾਅ ਜਿਹੜਾ ਹੋਣਾ ਚਾਹੀਦਾ, ਜੇਕਰ ਕਿਸੇ ਦੀ ਕਮੀ ਵੀ ਦਿਸੇ ਤਾਂ ਤੁਹਾਡੇ ਸੁਭਾਅ ਵਿੱਚ ਸੜ ਜਾਏ, ਤੁਹਾਨੂੰ ਉਹ ਖੜਕੇ ਨਾ। ਹੁੰਦਾ ਇਹ ਹੈ ਕਿ ਅਗਲੇ ਦੀ ਕਮੀ ਜਾਂ ਅਗਲੇ ਦੀ ਕਮਜ਼ੋਰੀ ਜਾਂ ਅਗਲੇ ਦੀ ਕੋਈ ਇਹੋ ਜਿਹੀ ਚੀਜ਼ ਹੈ, ਉਹ ਆਪਣੇ ਸੁਭਾਅ 'ਚ ਲਿਆ ਕੇ ਅਸੀਂ ਵੀ ਕਈ ਵਾਰ ਆਪਣਾ ਸੁਭਾਅ ਉਹੋ ਜਿਹਾ ਬਣਾ ਲੈਂਦੇ। ਇਹ ਬਿਲਕੁਲ ਰਿਵਰਸ ਹੈ। ਤਾਂ ਜੋ ਅੱਗ ਦਾ ਸੁਭਾਅ ਹੈ, ਉਹ ਸਾਡਾ ਸੁਭਾਅ ਹੋਣਾ ਚਾਹੀਦਾ ਕਿ ਜਿੰਨਾ ਮਰਜ਼ੀ ਸਾਡੇ ਸਾਹਮਣੇ ਕੋਈ ਔਖਾ ਸਮਾਂ ਆ ਜਾਏ, ਸਾਡੇ ਸਾਹਮਣੇ ਕੋਈ ਭੈੜਾ ਦ੍ਰਿਸ਼ ਆ ਜਾਏ, ਸਾਡੇ ਜਿਹੜੇ ਅੰਦਰ ਦੀ ਅਗਨੀ ਹੈ ਉਹਨੂੰ ਸਾੜ ਕੇ ਰੱਖ ਦੇਵੇ। ਭਾਵ ਅਸੀਂ ਮਾੜੇ ਪਾਸੇ ਨਾ ਤੁਰੀਏ। ਮਿੱਟੀ ਹੈ, ਅਗਲਾ ਤੱਤ ਹੈ ਮਿੱਟੀ। ਮਿੱਟੀ ਜਿਹੜੀ ਹੈ, ਤੁਸੀਂ ਦੇਖੋ ਕਿ ਇਹ ਹਮੇਸ਼ਾ ਕਹਿੰਦੇ ਨੇ ਜੀਵਦਿਆਂ ਪੈਰਾਂ ਥੱਲੇ, ਗੁਰਬਾਣੀ 'ਚ ਆਇਆ ਮੋਹਿਆਂ ਉੱਪਰ। ਮਿੱਟੀ ਦਾ ਸੁਭਾਅ ਹੈ ਕਿ ਹਰੇਕ ਮਨੁੱਖ, ਚਾਹੇ ਉਹ ਗਰੀਬ ਹੈ, ਅਮੀਰ ਹੈ, ਮਿੱਟੀ ਉਹਦੇ ਪੈਰਾਂ ਦੇ ਥੱਲੇ ਹੁੰਦੀ ਹੈ। ਪਰ ਇੱਕ ਦਿਨ ਐਸਾ ਆਉਂਦਾ ਹੈ ਕਿ ਉਹ ਲੰਮਾ ਪਿਆ ਹੁੰਦਾ ਚਿਖਾ ਵਿੱਚ, ਤੇ ਮਿੱਟੀ ਉਹਦੇ ਉੱਪਰ ਚਲੀ ਜਾਂਦੀ। ਇਹਦਾ ਮਤਲਬ ਇਹ ਹੈ ਕਿ ਮਿੱਟੀ ਦਾ ਸੁਭਾਅ ਜਿਹੜਾ ਹੈ, ਭਾਵ ਇਹ ਹੈ ਕਿ ਇਹ ਵੀ ਨਿਮਰਤਾ ਵਾਲਾ ਸੁਭਾਅ। ਮਿੱਟੀ ਵਾਲਾ ਜਿਹੜਾ ਸੁਭਾਅ ਹੈ ਉਹ ਮਨੁੱਖ ਤੇਰਾ ਹੋਣਾ ਚਾਹੀਦਾ, ਤਾਂ ਜੇ ਤੂੰ ਸਾਰਿਆਂ ਨੂੰ ਆਪਣੇ ਆਪ ਦੀ ਚਰਨਾਂ ਦੀ ਧੂੜ ਸਮਝੇ। ਹੁਣ ਇਹ ਚਰਨ ਧੂੜ ਲਫ਼ਜ਼ ਜਿਹੜਾ, ਇਹ ਕਈ ਸਾਡੇ ਮਤ 'ਚ ਬਹੁਤ ਪ੍ਰਚਲਿਤ ਹੈ। ਉਹਦਾ ਕਾਰਨ, ਅੰਡਰਲਾਈਂਗ ਆਈਡੀਆ ਇਹੀ ਹੈ ਕਿ ਇਹ ਮਨੁੱਖ ਤੇਰਾ ਸੁਭਾਅ ਹੋਣਾ ਚਾਹੀਦਾ ਬਿਲਕੁਲ ਮਿੱਟੀ ਵਰਗਾ। ਭਾਵ ਮੈਂ ਕੁਛ ਨਹੀਂ। ਦੇਖੋ ਸਾਡੇ ਕਹਿੰਦੇ ਨੇ ਜੇ ਕੋਈ ਕੰਮ ਖਤਮ ਹੋ ਜਾਏ ਜਾਂ ਉਹਦਾ ਕੋਈ ਵੈਲਿਊ ਨਹੀਂ, ਤਾਂ ਮਿੱਟੀ ਹੈ ਜੀ। ਸੋ ਅਸੀਂ ਇਹ ਸਮਝੀਏ ਕਿ ਮੈਂ ਕੁਛ ਨਹੀਂ, ਅਸੀਂ ਤਾਂ ਸਮਝਦੇ ਮੈਂ ਸਭ ਕੁਛ ਹਾਂ। ਬਸ ਇਹੀ ਗੱਲ ਹੈ ਜਿਹੜੀ ਸਾਨੂੰ ਰੱਬ ਨਾਲ ਮਿਲਣ ਨਹੀਂ ਦਿੰਦੀ। ਕਿਉਂਕਿ ਸਾਡੇ ਤੇ ਰੱਬ ਵਿੱਚ ਕੀ ਹੈ, ਮੈਂ, ਉਹ ਮੈਂ ਆ ਜਾਂਦੀ, ਮੈਂ ਕੁਛ ਕਰ ਸਕਦਾ। ਕਰਦਾ ਤਾਂ ਸਭ ਕੁਝ ਵਾਹਿਗੁਰੂ ਹੈ, ਪਰੰਤੂ ਕੋਈ ਮਨੁੱਖ ਐਸਾ ਘੱਟ ਹੀ ਹੁੰਦੇ ਨੇ ਜਿਹੜੇ ਕਹਿਣ ਵਾਹਿਗੁਰੂ ਸਭ ਕੁਝ ਕਰ ਰਿਹਾ। ਅਸੀਂ ਕਹਿੰਦੇ ਜੀ ਮੈਂ ਕੀਤਾ ਸੀ, ਮੈਂ ਉਹਦੀ ਸਿਫਾਰਿਸ਼ ਕੀਤੀ ਸੀ, ਮੈਂ ਟੈਲੀਫੋਨ ਕੀਤਾ ਸੀ, ਮੈਂ ਤੁਹਾਡਾ ਫਲਾਣਾ ਕੰਮ ਕੀਤਾ ਸੀ, ਮੈਂ ਇਹ ਕਰ ਸਕਦਾ। ਇਹ ਮੈਂ 'ਚ ਹੀ ਸਾਰੀ ਉਮਰ ਗੁਜ਼ਰ ਜਾਂਦੀ ਹੈ। ਸਾਨੂੰ ਯਾਦ ਹੋਵੇ ਕਿ ਅਸੀਂ ਹੈ ਤਾਂ ਮਿੱਟੀ ਹਾਂ, ਮਿੱਟੀ 'ਚ ਬਣੇ ਹਾਂ ਤੇ ਅਖੀਰ ਮਿੱਟੀ 'ਚ ਮਿਲ ਜਾਣਾ। ਤੇ ਮੈਂ ਕਾਹਦੀ? ਮਜ਼ਾ ਤਾਂ ਹੈ ਜੇ ਅਸੀਂ ਜਿਉਂਦੇ ਆਪਣੇ ਆਪ ਨੂੰ ਮਿੱਟੀ ਸਮਝੀਏ। ਮਰਨ ਤੋਂ ਬਾਅਦ ਅਸੀਂ ਮਿੱਟੀ ਹੋ ਹੀ ਜਾਣਾ, ਉਹਦੇ 'ਚ ਕੋਈ ਸ਼ੱਕ ਨਹੀਂ ਹੈ।
ਪਰ ਫਾਇਦਾ ਤਾਂ ਹੈ ਜੇਕਰ ਜਿਉਂਦੇ ਜੀ ਅਸੀਂ ਆਪਣੇ ਆਪ ਨੂੰ ਮਿੱਟੀ ਸਮਝ ਲਈਏ ਕਿ ਅਸੀਂ ਬਿਲਕੁਲ ਸਭ ਦੇ ਪੈਰਾਂ ਦੀ ਖਾਕ ਹਾਂ। ਔਰ ਫਿਰ ਤੁਸੀਂ ਦੇਖਣਾ ਜਿਸ ਤਰ੍ਹਾਂ ਮਿੱਟੀ ਬਗੈਰ ਕਿਸੇ ਦਾ ਗੁਜ਼ਾਰਾ ਨਹੀਂ ਨਾ, ਉਸੇ ਤਰ੍ਹਾਂ ਅਸੀਂ ਸੰਸਾਰ ਦੇ ਇੱਕ ਵਧੀਆ ਅੰਗ ਬਣ ਸਕਦੇ ਹਾਂ ਜੇ ਸਾਡਾ ਸੁਭਾਅ ਇਹ ਮਿੱਟੀ ਵਰਗਾ ਹੋਵੇ। ਆਓ ਅਸੀਂ ਆਪਣੇ ਆਪ ਨੂੰ ਬਿਲਕੁਲ ਮਿੱਟੀ ਸਮਝੀਏ ਕਿ ਅਸੀਂ ਮਿੱਟੀ ਹਾਂ, ਮਿੱਟੀ ਚੋਂ ਨਿਕਲੇ ਮਿੱਟੀ ਬਣ ਜਾਣਾ। ਤੇ ਜਿੰਨਾ ਚਿਰ ਵਾਹਿਗੁਰੂ ਨੇ ਸਾਨੂੰ ਸਵਾਸ ਦਿੱਤੇ ਨੇ ਅਸੀਂ ਚੰਗੇ ਕੰਮ ਕਰੀਏ ਤੇ ਮਾੜੇ ਕੰਮ ਨਾ ਕਰੀਏ। ਤੇ ਜਿਹੜਾ ਪੰਜਵਾਂ ਤੱਤ ਹੈ ਜੀ, ਉਹ ਕਹਿੰਦੇ ਸਪੇਸ, ਆਕਾਸ਼ ਹੈ। ਦੇਖੋ ਆਕਾਸ਼ ਜਿਹੜਾ ਉਹਦੀ ਕੋਈ ਬਾਉਂਡਰੀ ਨਹੀਂ ਹੈ, ਬੜਾ ਆਕਾਸ਼ ਜਿਹੜਾ ਸਭ ਦਾ ਸਾਂਝਾ ਹੈ, ਉਹਦੀ ਕੋਈ ਬਾਉਂਡਰੀ ਨਹੀਂ। ਇਸ ਤਰ੍ਹਾਂ ਹੈ ਮਨੁੱਖ, ਤੇਰਾ ਸੁਭਾਅ ਏਡਾ ਖੁੱਲ੍ਹਾ ਹੋਣਾ ਚਾਹੀਦਾ ਹੈ, ਏਡਾ ਹੋਣਾ ਚਾਹੀਦਾ ਕਿ ਤੂੰ ਸਭ ਦਾ ਸਾਂਝਾ ਹੈ, ਸਾਰਾ ਸੰਸਾਰ ਤੇਰਾ ਹੈ, ਤੂੰ ਸਾਰੇ ਸੰਸਾਰ ਦਾ, ਸਾਰਾ ਸੰਸਾਰ ਤੇਰਾ ਹੈ। ਸਾਧ ਸੰਗਤ ਜਿਸ ਦਿਨ ਸਾਡੇ 'ਚ ਇਹ ਚੀਜ਼ ਆ ਜਾਏਗੀ ਨਾ ਕਿ ਸਾਰਾ ਸੰਸਾਰ ਮੇਰਾ ਹੈ, ਤੇ ਫਿਰ ਤੇ ਸਾਰਾ ਸੰਸਾਰ ਮੇਰਾ ਟੱਬਰ ਹੈ। ਫਿਰ ਮੈਂ ਕਿਹਦੇ ਨਾਲ ਦੁਸ਼ਮਣੀ ਕਰਾਂਗਾ, ਕਿਹਦੇ ਨਾਲ ਈਰਖਾ ਕਰਾਂਗਾ, ਕਿਹਦੇ ਨਾਲ ਵਾਧਾ ਘਾਟਾ ਕਰਾਂਗਾ ਤੇ ਕਿਹਦੇ ਨਾਲ ਠੱਗੀਆਂ ਮਾਰਾਂਗਾ? ਨਹੀਂ। ਚਾਹੀਦਾ ਤੇ ਇਹ ਹੈ ਕਿ ਕੋਈ ਵੀ ਸਾਨੂੰ ਸਾਡੇ ਸਾਹਮਣੇ ਆਵੇ, ਕੋਈ ਭੈਣ ਭਰਾ, ਆਂਢ ਗੁਆਂਢ ਤੁਰਿਆ ਜਾਂਦਾ, ਕੋਈ ਡਾਕਟਰ, ਕੋਈ ਨਰਸ, ਕੋਈ ਹੋਰ ਇੰਜੀਨੀਅਰ, ਭਾਵ ਜਿੱਥੇ ਸਾਨੂੰ ਕਿਤੇ ਲੋੜ ਪੈਂਦੀ ਅਸੀਂ ਜਾਂਦੇ ਹਾਂ। ਜਿਹੜਾ ਵੀ ਸਾਨੂੰ ਅੱਗੇ ਪ੍ਰਾਣੀ ਮਿਲਦਾ ਹੈ, ਚਾਹੇ ਉਹ ਮਤਲਬ ਸੇਲਸ ਬੁਆਏ ਹੈ, ਕੋਈ ਹੈ, ਅਸੀਂ ਉਹਨੂੰ ਸਿਰਫ ਇੱਕ ਬਿਜ਼ਨਸ ਦੇ ਤੌਰ ਤੇ ਜਾਂ ਰਿਲੇਸ਼ਨ ਦੇ ਤੌਰ ਤੇ ਨਾ ਦੇਖੀਏ, ਅਸੀਂ ਦੇਖੀਏ ਸਾਰੇ ਰੱਬ ਹੀ ਤੁਰੇ ਫਿਰਦੇ। ਜਿਸ ਵੇਲੇ ਸਾਨੂੰ ਇਹ ਚੀਜ਼ ਯਾਦ ਆ ਜਾਏਗੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਤੇ ਫਿਰ ਦੇਖਣਾ ਜ਼ਿੰਦਗੀ ਦਾ ਕਿੰਨਾ ਲੁਤਫ ਆਉਂਦਾ। ਤੇ ਆਓ ਆਪਣਾ ਸੁਭਾਅ ਜਿਹੜਾ ਆਕਾਸ਼ ਵਰਗਾ ਬਣਾਈਏ, ਭਾਵ ਖੁੱਲ੍ਹਾ। ਸਾਡਾ ਜਿਸ ਵੇਲੇ ਖੁੱਲ੍ਹਾ ਆਏਗਾ, ਆਪਾਂ ਜਿਹੜਾ ਸ਼ਬਦ ਵਿਚਾਰ ਸ਼ੁੱਕਰਵਾਰ ਕੀਤੀ ਸੀ ਉਹ 'ਚ ਇਹੀ ਸੀ ਈਰਖਾ। ਈਰਖਾ ਕੀ ਹੈ ਕਿ ਸਾਡਾ ਸੁਭਾਅ ਸੜਿਆ ਹੈ, ਅਸੀਂ ਕਹਿੰਦੇ ਮੈਂ ਹੀ ਹਾਂ ਸਭ ਕੁਝ, ਪਰ ਨਹੀਂ, ਸਾਡਾ ਸੁਭਾਅ ਹੋਣਾ ਚਾਹੀਦਾ ਤੂੰ ਹੀ ਹੈ ਸਭ ਕੁਝ, ਆਕਾਸ਼ ਵਰਗਾ ਖੁੱਲ੍ਹਾ। ਤਾਂ ਆਓ ਐਸੀਆਂ ਬਿਰਤੀਆਂ ਬਣਾਈਏ ਕਿ ਆਕਾਸ਼ ਵਰਗਾ ਸਾਡਾ ਵਿਸ਼ਾਲ ਹਿਰਦਾ ਹੋਵੇ। ਬਸ ਇਹ 5 ਤੱਤਾਂ ਦਾ ਮੈਂ ਸੰਖੇਪ ਜਿਹਾ ਵਰਣਨ ਕੀਤਾ। ਗਲਤੀਆਂ ਦੀ ਖਿਮਾ ਆਪ ਪਾਸੋਂ ਮੰਗਦਾ। ਇਸ ਸਵਾਲ ਬਾਰੇ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਚੱਲਿਆ ਉਹਦੇ 'ਚ ਬਹੁਤ ਸਾਰੀਆਂ ਊਣਤਾਈਆਂ ਰਹਿ ਗਈਆਂ ਹੋਣਗੀਆਂ, ਉਹਦੇ ਲਈ ਮੈਂ ਆਪ ਪਾਸੋਂ ਖਿਮਾ ਮੰਗਦਾ। ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਸਾਡਾ YouTube ਚੈਨਲ ਹੈ, ਕਿਰਪਾ ਕਰਕੇ ਉਹਨੂੰ ਜ਼ਰੂਰ ਸਰਕੂਲੇਟ ਕਰੋ। ਜਿਵੇਂ ਪਹਿਲੇ ਇੱਕ ਬੇਨਤੀ ਕੀਤੀ ਹੈ, ਦੂਜੀ ਬੇਨਤੀ ਇਹ ਕਰ ਰਿਹਾ ਕਿ ਆਪੋ ਆਪਣੇ ਗਰੁੱਪ 'ਚ ਜੇ ਤੁਸੀਂ ਅੱਗੇ ਪਾਇਆ ਕੋਈ ਗੱਲ ਨਹੀਂ, ਦੁਬਾਰਾ ਪਾ ਦਿਓ, ਜਾਂ ਜਿੱਥੇ ਵੀ ਤੁਹਾਡੇ ਕੰਟੈਕਟਸ ਨੇ ਉਹਨਾਂ ਵਿੱਚ ਤੁਸੀਂ YouTube ਚੈਨਲ ਦਾ ਇਹ ਲਿੰਕ ਜ਼ਰੂਰ ਪਾਓ। ਸਭ ਨੂੰ ਕਹੋ ਜੀ ਇਹਨੂੰ ਲਾਈਕ ਕਰੋ, ਤਾਂ ਜੇ ਦੇਖੋ ਵੀ, ਆਪ ਵੀ ਲਾਈਕ ਕਰੀਏ, ਆਪ ਹੀ ਦੇਖੀਏ, ਅੱਗੇ ਵੰਡੀਏ, ਤਾਂ ਜੇ ਇਹ ਗੁਰੂ ਪ੍ਰਚਾਰ ਦਾ ਕੰਮ ਜਿਹੜਾ ਚੱਲਦਾ ਰਹੇ। ਤਾਂ ਸਤਸੰਗੀਓ, ਫਿਰ ਬੇਨਤੀ ਕਰਾਂਗਾ ਸਵਾਲ ਭੇਜਦੇ ਜਾਓ, ਸਾਨੂੰ ਆਰੇ ਲਾਈ ਰੱਖੋ, ਤੇ ਅਗਲੇ ਹਫਤੇ ਫੇਰ ਸਾਰਾ ਪੈਨਲ ਤੁਹਾਡੀ ਸੇਵਾ ਵਿੱਚ ਇਸੇ ਸਮੇਂ ਸੋਮਵਾਰ ਹਾਜ਼ਰ ਹੋ ਜਾਏ। ਤਦ ਤੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।